ਨੈਸ਼ਨਲ ਪੱਧਰ ਦੇ ਉੱਪਰ ਜਿਹੜੀਆਂ ਬਹੁਤ ਸਾਰੀਆਂ ਪਰਸਨੈਲਿਟੀਜ਼ ਦੇ ਅਕਾਊਂਟਸ ਨੂੰ ਕੰਟਰੋਲ ਕਰਨ ਦੀ ਗੱਲ ਜਾਂ ਉਹਨਾਂ ਨੂੰ ਬੈਨ ਕਰਨ ਦੀ ਗੱਲ ਜਾਂ ਸਸਪੈਂਡ ਕਰਨ ਦੀ ਗੱਲ ਚੱਲਦੀ ਹੈ ਤਾਂ ਪਿਛਲੇ ਦਿਨੀ ਡੋਨਲਡ ਟਰੰਪ ਹੋਰਾਂ ਦਾ ਅਕਾਊਂਟ ਜਿਹੜਾ ਹੈ ਜੀ ਉਹ ਜਿਹੜੇ ਸੋਸ਼ਲ ਮੀਡੀਆ ਦੇ ਕੁਝ ਅਕਾਊਂਟਸ ਨੇ ਜਿਹੜੇ ਉਹਨਾਂ ਨੂੰ ਬਲੌਕ ਕੀਤਾ ਗਿਆ, ਬੈਨ ਕੀਤਾ ਗਿਆ, ਬੰਦ ਕੀਤਾ ਗਿਆ। ਜਦੋਂ ਵੀ ਇਹ ਪਲੇਟਫਾਰਮ ਕਿਸੇ ਦੀ ਜਾਨ ਤੇ ਬਣ ਜਾਣ ਜਾਂ ਕਿਸੇ ਦੰਗੇ ਕਰਾ ਦੇਣ ਜਾਂ ਕਿਸੇ ਕੰਟਰੀ ਦੀ ਇਮੇਜ ਖਰਾਬ ਕਰਨ, ਭਾਵੇਂ ਕੋਈ ਵੀ ਪਲੇਟਫਾਰਮ ਹੋਵੇ, ਉਹਨੂੰ ਰੋਕਣ ਦੀ ਤੇ ਉਹਨੂੰ ਨਕੇਲ ਪਾਉਣ ਦੀ ਬਹੁਤ ਸਖਤ ਜ਼ਰੂਰਤ ਹੈਗੀ। ਜੇ ਕੋਈ ਸਾਡੇ ਖਿਲਾਫ ਬੋਲਦਾ ਹੈ ਜਾਂ ਪਾਰਟੀਆਂ ਦੇ ਜਾਂ ਸਰਕਾਰਾਂ ਦੇ ਜਾਂ ਕਿਸੇ ਦੇਸ਼ ਦੇ ਲੀਡਰ ਦੇ ਤਾਂ ਉਹਨੂੰ ਬੰਦ ਕਰਵਾ ਦਈਏ। ਹੁਣ ਜਿਹੜੇ ਇਹ ਪਲੇਟਫਾਰਮ ਬਣੇ ਹੋਏ ਆ ਇਹ ਅਰਾਜਕਤਾ ਜ਼ਿਆਦਾ ਫੈਲਾ ਰਹੇ ਆ ਤੇ ਚੰਗੇ ਕੰਮ ਇਹਦੇ ਤੇ ਘੱਟ ਹੋ ਰਹੇ ਆ। ਜੈਜ਼ੀ ਬੈਂਸ ਹੋਰੀ ਜਿਹੜੇ ਕਿ ਪਿਛਲੇ ਦਿਨੀ ਆਪਾਂ ਦੇਖ ਰਹੇ ਹਾਂ ਕਿ ਉਹਨਾਂ ਦੇ ਅਕਾਊਂਟ ਨੂੰ ਬੈਨ ਕਰ ਦਿੱਤਾ ਗਿਆ। ਜਿਹੜੇ ਇਨਫਲੂਐਂਸਰ ਹੁੰਦੇ ਨੇ ਇਹਨਾਂ ਨੂੰ ਆਪਣਾ ਰਿਸਪੌਂਸਿਬਿਲਟੀ ਸਮਝਣੀ ਪੈਣੀ ਹੈਗੀ ਕਿ ਇਹਨਾਂ ਦਾ ਟਵੀਟ ਜਿਹੜਾ ਹੁੰਦਾ ਜਾਂ ਇਹਨਾਂ ਦੀ ਫੇਸਬੁੱਕ ਪੋਸਟ ਜਿਹੜੀ ਹੁੰਦੀ ਹੈ ਉਹ ਕਿਸੇ ਦੀ ਜਾਨ ਦੀ ਕੀਮਤ ਨਾਲ ਅਦਾ ਕਰਨੀ ਪੈਂਦੀ। ਹਰਭਜਨ ਸਿੰਘ ਕ੍ਰਿਕਟਰ ਹੈ ਜਿਹੜਾ ਉਹਨੇ ਜਿੱਥੇ ਪ੍ਰਣਾਮ ਸ਼ਹੀਦਾਂ ਨੂੰ ਕਰਕੇ ਇੱਕ ਆਪਣੇ ਇੰਸਟਾ ਦੇ ਉੱਪਰ ਸਟੋਰੀ ਸ਼ੇਅਰ ਕੀਤੀ ਤੇ ਉਸ ਤੋਂ ਬਾਅਦ ਉਹਨੂੰ ਰਾਈਟ ਆਫਟਰ ਦੈਟ ਕੁਝ ਸਮੇਂ ਬਾਅਦ ਹੀ ਉਹਦੇ ਲਈ ਪੂਰੇ ਓਪਨਲੀ ਇੱਕ ਤਰ੍ਹਾਂ ਦੇ ਨਾਲ ਇੱਕ ਮੁਆਫੀਨਾਮਾ ਲਿਖ ਕੇ ਪ੍ਰੈਜ਼ੈਂਟ ਕਰਨਾ ਪਿਆ। ਪ੍ਰੋਬਲਮ ਇਹ ਹੈਗੀ ਜਿੱਡੇ ਵੱਡੇ ਤੁਸੀਂ ਇਨਫਲੂਐਂਸਰ ਹੋ ਜਾਂ ਤੁਸੀਂ ਸਟਾਰ ਹੋ ਜਾਂ ਤੁਸੀਂ ਪੋਲੀਟੀਕਲ ਜਾਂ ਸੋਸ਼ਲ ਫਿਗਰ ਹੋ, ਤੁਸੀਂ ਆਪਣੀ ਰਿਸਪੌਂਸਿਬਿਲਟੀ ਵੀ ਉਸ ਲੈਵਲ ਤੇ ਸਮਝਣੀ ਚਾਹੀਦੀ ਹੈਗੀ ਕਿ ਤੁਹਾਡੀ ਕਹੀ ਹੋਈ ਗੱਲ ਦਾ ਅਸਰ ਕਿੱਥੇ ਹੋ ਰਿਹਾ। For all the latest updates, please subscribe G Media Group and press the bell icon. ਦੋਸਤੋ ਜੀ ਮੀਡੀਆ ਗਰੁੱਪ ਦੇ ਸਾਡੇ ਇਸ YouTube ਚੈਨਲ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਸਾਡੀ ਇੱਕ ਖਾਸ ਪੇਸ਼ਕਸ਼ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਜਿਹਦੇ ਵਿੱਚ ਨਾਰਮਲੀ ਅਸੀਂ ਸਾਡੇ ਅਲੱਗ-ਅਲੱਗ ਸੈਗਮੈਂਟਸ ਦੀ ਗੱਲ ਕਰੀਏ ਤਾਂ ਅਸੀਂ ਸੋਸ਼ਲ ਪਲਸ ਤੇ ਪੋਲੀਟੀਕਲ ਪਲਸ ਦੋ ਵੱਖਰੇ ਸੈਗਮੈਂਟ ਅਸੀਂ ਪੇਸ਼ ਕਰੀਦੇ ਆ। ਪਰ ਅੱਜ ਮੇਰੇ ਨਾਲ ਭੁਪਿੰਦਰ ਸਿੰਘ ਹੁਰੀ ਸਾਥ ਦੇਣਗੇ ਤੇ ਅੱਜ ਅਸੀਂ ਦੋ ਸੈਗਮੈਂਟਸ ਇਕੱਠੇ ਕਰਨ ਜਾ ਰਹੇ ਹਾਂ, ਸੋਸ਼ਲ ਐਂਡ ਪੋਲੀਟੀਕਲ ਪਲਸ, ਕਿਉਂਕਿ ਇਹਦੇ ਵਿੱਚ ਸਮਾਜਿਕ ਸਰੋਕਾਰਾਂ ਦੀ ਗੱਲ ਵੀ ਹੋਣੀ ਹੈ ਤੇ ਸਿਆਸਤ ਦੇ ਵਿੱਚ ਕੀ ਹੋ ਰਿਹਾ, ਸਿਆਸਤ ਕਿਵੇਂ ਸਮਾਜਿਕ ਕਦਰਾਂ ਕੀਮਤਾਂ ਦੇ ਉੱਤੇ ਭਾਰੀ ਪੈ ਰਹੀ ਹੈ ਜਾਂ ਸੋਸ਼ਲ ਜਿਹੜੇ ਸਾਡੇ ਇਸ਼ੂਜ਼ ਨੇ ਉਹਦੇ ਉੱਪਰ ਆਪਣੀ ਇਨਵੋਲਵਮੈਂਟ ਪੋਲੀਟੀਕਲੀ ਕਿਵੇਂ ਜੁੜ ਰਹੀ ਹੈ। ਖਾਸ ਤੌਰ ਦੇ ਉੱਤੇ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਉਹਦੇ ਬਾਰੇ 'ਚ ਅਸੀਂ ਅੱਜ ਗੱਲ ਕਰਨੀ ਹੈ। ਪਹਿਲਾਂ ਤਾਂ ਭੁਪਿੰਦਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਹਰਜਿੰਦਰ ਜੀ ਸ਼ੁਕਰੀਆ ਐਂਡ ਜੀ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਮੇਰੀ ਤਰਫੋਂ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਵੈਲਕਮ। ਭੁਪਿੰਦਰ ਜੀ ਮੈਂ ਜਿਹੜੀ ਗੱਲ ਕਹੀ ਹੈ ਕਿ ਅੱਜ ਅਸੀਂ ਦੋ ਸੈਗਮੈਂਟਸ ਜਿਹੜੇ ਸਾਡੇ ਸੋਸ਼ਲ ਐਂਡ ਪੋਲੀਟੀਕਲ ਪਲਸ ਇਹ ਬਣਾਤਾ ਹੈ। ਇਹਦਾ ਕਾਰਨ ਇਹ ਹੈ ਕਿ ਮੈਂ ਜਿਵੇਂ ਜ਼ਿਕਰ ਵੀ ਕੀਤਾ ਸੀ ਕਿ ਜਿਹੜੇ ਸਾਡੇ ਸਮਾਜਿਕ ਵਰਤਾਰੇ ਦੀ ਗੱਲ ਕਰਦੇ ਆ, ਲੋਕ ਜਦੋਂ ਸਮਾਜ ਦੇ ਵਿੱਚ ਵਿਚਰਦੇ ਆ ਤਾਂ ਉਹ ਆਪਣੇ ਅਲੱਗ-ਅਲੱਗ ਜਿਹੜੇ ਰਾਈਟਸ ਨੇ ਉਹਨਾਂ ਦਾ ਇਸਤੇਮਾਲ ਕਰਦੇ ਹੋਏ ਫਰੀडम ਆਫ ਸਪੀਚ ਦੀ ਗੱਲ ਕਰ ਲਈਏ, ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰ ਲਈਏ, ਆਪਣੇ ਧਰਮ ਨੂੰ ਮੰਨਣ ਦੀ ਗੱਲ, ਆਪਣੇ ਥਾਟਸ ਨੂੰ ਐਕਸਪ੍ਰੈਸ ਕਰਨ ਦੀ ਗੱਲ, ਆਪਣੇ ਵਿਚਾਰਾਂ ਦੀ, ਆਪਣੀਆਂ ਗੱਲਾਂ ਬਾਤਾਂ ਲੋਕਾਂ ਤੱਕ, ਦੂਸਰੀ ਕਮਿਊਨਿਟੀ ਤੱਕ, ਦੂਸਰੇ ਪਰਿਵਾਰਾਂ ਤੱਕ, ਦੂਸਰੇ ਦੇਸ਼ਾਂ ਤੱਕ ਪਹੁੰਚਦੀਆਂ ਕਰਨ ਲਈ ਉਹ ਜਿਹੜਾ ਸਮਾਜਿਕ ਤਾਣਾ ਬਾਣਾ ਉਹ ਵੀ ਕੰਮ ਕਰਦਾ ਤੇ ਉਹਦੇ ਵਿੱਚ ਹੀ ਸੋਸ਼ਲ ਇੱਕ ਹੋਰ ਵਰਡ ਜੁੜਿਆ ਹੋਇਆ ਸੋਸ਼ਲ ਮੀਡੀਆ, ਜਿਹਦਾ ਸਹਾਰਾ ਲੈ ਕੇ ਜਿਹਨੂੰ ਇੱਕ ਪਹੀਏ ਦੀ ਤਰ੍ਹਾਂ, ਇੱਕ ਵਾਹਕ ਦੀ ਤਰ੍ਹਾਂ, ਇੱਕ ਜਿਹੜਾ ਮੀਡੀਅਮ ਦੀ ਤਰ੍ਹਾਂ ਵਰਤਦੇ ਹੋਏ ਅਸੀਂ ਆਪਣੇ ਥਾਟਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਮਿੰਟਾਂ ਸਕਿੰਟਾਂ ਦੇ ਵਿੱਚ ਪਹੁੰਚਦਾ ਕਰਦੇ ਹਾਂ ਤੇ ਉਹਦੇ ਵਿੱਚ ਪੋਲੀਟੀਕਲ ਪ੍ਰਭਾਵ ਜਿਹੜਾ ਹੈ, ਸਿਆਸੀ ਪ੍ਰਭਾਵ ਜਿਹੜਾ ਹੈ, ਖਾਸ ਤੌਰ ਤੇ ਅਸੀਂ ਗੱਲ ਅੱਜ ਕਰਨ ਲੱਗੇ ਹਾਂ ਭਾਰਤ ਸਰਕਾਰ ਦੇ ਵੱਲੋਂ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਖਬਰਾਂ ਆ ਰਹੀਆਂ ਨੇ ਉਹ ਦਿਖਾਇਆ ਜਾ ਰਿਹਾ। ਪਹਿਲਾਂ ਤਾਂ ਦੱਸੋ ਥੋੜਾ ਜਿਹਾ ਤੁਸੀਂ ਕਿੱਥੋਂ ਸ਼ੁਰੂ ਕਰੋਗੇ ਇਸ ਪੁਆਇੰਟ ਨੂੰ? ਹਰਜਿੰਦਰ ਜੀ ਦੇਖੋ, ਇਹ ਮਸਲਾ ਜਿਹੜਾ ਹੈਗਾ ਇਹ ਤਕਰੀਬਨ 10-11 ਸਾਲ ਪਹਿਲੇ ਸਰਕਾਰ ਦੇ ਮੱਦੇਨਜ਼ਰ ਸੀ ਔਰ ਸਰਕਾਰ ਆਪਣੇ ਲੈਵਲ ਤੇ ਇਹਨੂੰ ਹੈਂਡਲ ਕਰਨ ਦੀ ਕਾਫੀ ਕੋਸ਼ਿਸ਼ ਕਰ ਰਹੀ ਸੀ। ਬਟ ਹੁਣ ਇਹ ਕੁਝ ਮਹੀਨੇ ਪਹਿਲੇ ਜਿਹੜੀ ਇੱਕ ਫਾਰਮਰ ਐਜੀਟੇਸ਼ਨ ਹੋਈ ਹੈ ਉਹਦੇ ਨਾਲ ਇਹ ਮਸਲਾ ਜਿਹੜਾ ਉੱਭਰ ਕੇ ਸਾਹਮਣੇ ਆਇਆ ਹੈਗਾ। ਇੱਕ ਪਾਸੇ ਜਿੱਥੇ ਇੱਕ ਇੰਡੀਵਿਜੂਅਲ ਲੋਕਾਂ ਨੂੰ ਅਫੈਕਟ ਕਰਦਾ ਹੈਗਾ, ਦੂਸਰੇ ਪਾਸੇ ਇੱਕ ਜਿਹੜਾ ਦੇਸ਼ ਦੀ ਜਾਂ ਕੰਟਰੀ ਦੀ ਇਮੇਜ ਹੈਗੀ ਗਲੋਬਲ ਲੈਵਲ ਤੇ ਉਹਨੂੰ ਵੀ ਇਫੈਕਟ ਕਰਦਾ ਹੈਗਾ। ਤੇ ਜਿਹੜੀ ਸਰਕਾਰਾਂ ਹੈਗੀਆਂ ਇਹਨਾਂ ਨੂੰ ਦੋਨੋਂ ਚੀਜ਼ਾਂ ਨੂੰ ਹੈਂਡਲ ਕਰਨ ਲਈ ਉਹਨਾਂ ਨੇ ਇਹ ਜਿਹੜੇ ਸੋਸ਼ਲ ਮੀਡੀਆ ਜਾਇੰਟ ਹੈਗੇ ਫੇਸਬੁੱਕ ਜਾਂ ਇੰਸਟਾ ਜਾਂ ਵਟਸਐਪ ਜਾਂ ਟਵਿੱਟਰ, ਇਹਨਾਂ ਨੂੰ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ ਹੈ ਬਿਕੋਜ਼ ਇਹ ਗਲੋਬਲ ਪਲੇਟਫਾਰਮ ਹੈਗੇ। ਬਟ ਇਹ ਜਿਹੜੇ ਜਿੱਥੇ ਇਹਨਾਂ ਦੀ ਪਕੜ ਹੈਗੀ, ਜਿੱਦਾਂ ਇਹ ਅਮਰੀਕਨ ਕੰਪਨੀਆਂ ਹੈਗੀਆਂ, ਉੱਥੋਂ ਦੇ ਲਾਅ ਤੇ ਮੰਨਦੇ ਆ, ਬਟ ਜਿੱਥੇ ਇਹ ਆਪਰੇਟ ਕਰਦੇ ਆ, ਜਿੱਥੋਂ ਇਹ ਕਮਾਈ ਕਰਦੇ ਆ, ਉੱਥੋਂ ਦੇ ਲਾਅ ਨੂੰ ਇਹ ਦਰਕਿਨਾਰ ਕਰ ਦਿੰਦੇ ਆ। ਰਾਈਟ। ਅੱਛਾ, ਅਸੀਂ ਪਹਿਲਾਂ ਥੋੜਾ ਜਿਹਾ ਮੈਂ ਚਾਹਾਂਗਾ ਸੋਸ਼ਲ ਮੀਡੀਆ ਦੀ ਸ਼ੁਰੂਆਤ ਕਿਉਂ ਹੋਈ ਤੇ ਇਹਦਾ ਮੇਨ ਮਕਸਦ ਕੀ ਸੀ। ਆਪਾਂ ਪਿਛਲੇ ਦਿਨ ਵੀ ਆਪਣੇ ਰੇਡੀਓ ਸ਼ੋਜ਼ ਦੇ ਵਿੱਚ ਵੀ ਜ਼ਿਕਰ ਕੀਤਾ ਸੀ। ਸਾਡੇ ਜਿਹੜੇ ਇਸ ਵੇਲੇ ਪ੍ਰੋਗਰਾਮ ਨੂੰ, ਸਾਡੇ ਇਸ ਖਾਸ ਸੈਗਮੈਂਟ ਨੂੰ ਦੇਖ ਰਹੇ ਸਾਡੇ ਦਰਸ਼ਕ ਹੈ, ਪਰਿਵਾਰ ਹੈ, ਉਹਨਾਂ ਤੱਕ ਸਾਂਝ ਪਾਓ। ਸੋਸ਼ਲ ਮੀਡੀਆ ਕਿਉਂ ਸ਼ੁਰੂ ਕੀਤਾ ਗਿਆ ਤੇ ਇਹਦੇ ਕੀ ਪਰਪਸ ਕੀ ਸੀ? ਦੇਖੋ, ਇੰਟਰਨੈਟ ਜਿਹੜਾ ਪਹਿਲੇ ਸਟਾਰਟ ਹੋਇਆ ਇਹ 60 ਦੇ ਦਸ਼ਕ ਦੇ ਵਿੱਚ ਵੀਅਤਨਾਮ ਵਾਰ ਵਿੱਚ
ਜਦੋਂ ਅਮਰੀਕਨ ਉੱਥੇ ਲੜਾਈ ਕਰ ਰਹੇ ਸੀ। ਇਹ ਬੇਸਿਕਲੀ ਇੱਕ ਮਿਲਟਰੀ ਪਰਪਸ ਲਈ ਸਟਾਰਟ ਕੀਤਾ ਗਿਆ ਸੀ, ਬਟ 80 ਦੇ ਦਸ਼ਕ ਵਿੱਚ ਆਉਂਦੇ ਆਉਂਦੇ ਇਹਨਾਂ ਨੂੰ ਆਮ ਲੋਕਾਂ ਲਈ ਯੂਜ਼ ਕਰਨਾ ਸ਼ੁਰੂ ਕਰਤਾ, ਬਿਕੋਜ਼ ਜਿਹੜੀਆਂ ਏਜੰਸੀਆਂ ਜਾਂ ਗਵਰਨਮੈਂਟ ਸਰਕਾਰ ਚਾਹੁੰਦੀ ਸੀ ਕਿ ਲੋਕਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਉਹਨੂੰ ਪਹਿਲੇ ਹੀ ਪਤਾ ਹੋਵੇ। ਮਤਲਬ ਇਹਨੂੰ ਤੁਸੀਂ ਇੱਕ ਪੋਪੂਲੇਸ਼ਨ ਕੰਟਰੋਲ ਦਾ ਟੂਲ ਸਮਝ ਲਓ, ਬਿਕੋਜ਼ ਤੁਸੀਂ ਕਦੀ ਵੀ ਫੇਸਬੁੱਕ ਜਿੱਦਾਂ ਔਨ ਕਰਦੇ ਹੋ ਉਹਨੇ ਪਹਿਲੇ ਲਿਖਿਆ ਹੁੰਦਾ ਵਾਟ ਇਜ਼ ਇਨ ਯੋਰ ਮਾਈਂਡ। ਤੇ ਅਗਰ ਲੋਕਾਂ ਨੂੰ ਇਹੀ ਪਤਾ ਹੋਵੇ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ, ਭਾਵੇਂ ਅੱਛਾ ਚੱਲ ਰਿਹਾ ਭਾਵੇਂ ਬੁਰਾ ਚੱਲ ਰਿਹਾ, ਤੇ ਉਹਦੇ ਉੱਪਰ ਨਕੇਲ ਕੱਸੀ ਜਾ ਸਕਦੀ ਹੈ। ਫਰਜ਼ ਕਰੋ ਕਿ ਕਿਤੇ ਕੋਈ ਅਫਵਾਹ ਫੈਲਾ ਰਿਹਾ ਹੈ ਜਾਂ ਕਿਤੇ ਕੋਈ ਇਦਾਂ ਦੀ ਸਿਚੁਏਸ਼ਨ ਕ੍ਰੀਏਟ ਕਰ ਰਿਹਾ ਕਿ ਜਿਹਦੇ ਨਾਲ ਨਸਲੀ ਭੇਦਭਾਵ ਹੋ ਰਿਹਾ ਜਾਂ ਕਿਸੇ ਦੀ ਜਾਨ ਤੇ ਬਣ ਆਈ ਹੈ, ਤੇ ਇਹ ਇਸੇ ਕੰਟਰੋਲ ਦੇ ਕਰਨ ਲਈ ਹੀ ਇਹ ਸੋਸ਼ਲ ਮੀਡੀਆ ਦੀ ਇਜਾਦ ਹੋਈ ਸੀ। ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਹੈ ਪੋਪੂਲੇਸ਼ਨ ਕੰਟਰੋਲ। ਮੈਂ ਚਾਹਾਂਗਾ ਇਹਨੂੰ ਥੋੜਾ ਜਿਹਾ ਕਲੀਅਰ ਕਰ ਦਿਓ, ਕਿਤੇ ਇਹ ਨਾ ਹੋਵੇ ਲੋਕਾਂ ਨੂੰ ਲੱਗੇ ਕਿ ਗਿਣਤੀ ਕੰਟਰੋਲ ਕਰਨ ਦੀ ਗੱਲ ਹੋ ਰਹੀ ਹੈ। ਹਾਂ, ਪੋਪੂਲੇਸ਼ਨ ਕੰਟਰੋਲ ਉਹ ਵਾਲਾ ਪੋਪੂਲੇਸ਼ਨ ਪਬਲਿਕ ਨੂੰ ਕੰਟਰੋਲ ਕਰਨਾ। ਹਾਂ, ਇਹ ਬੇਸਿਕਲੀ ਲੋਕਾਂ ਦੇ ਮਨ ਨੂੰ ਕੰਟਰੋਲ ਕਰਨ ਲਈ ਬਣਿਆ ਹੈਗਾ, ਬਿਕੋਜ਼ ਹਰ ਕੋਈ ਬੰਦਾ ਆਪਣੇ ਵਿਚਾਰ ਜਿਹੜੇ ਉਹ ਪ੍ਰਗਟ ਕਰਨਾ ਚਾਹੁੰਦਾ, ਬਟ ਸਾਰੇ ਲੋਕੀ ਅਖਬਾਰਾਂ 'ਚ ਨਹੀਂ ਲਿਖ ਸਕਦੇ, ਸਾਰੇ ਲੋਕੀ ਰੇਡੀਓ ਤੇ ਨਹੀਂ ਆ ਸਕਦੇ, ਸਾਰੇ ਟੀਵੀ ਤੇ ਨਹੀਂ ਆ ਸਕਦੇ, ਤੇ ਇਹ ਇੱਕ ਆਸਾਨ ਮਾਧਿਅਮ ਜਿਹੜਾ ਹੈਗਾ ਲੋਕਾਂ ਨੂੰ ਦਿੱਤਾ ਗਿਆ ਸੀ ਤਾਂ ਕਿ ਲੋਕ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕਰ ਸਕਣ। ਬਟ ਉਹੀ ਮੇਰੇ ਸਰਕਾਰ ਦਾ ਜਿਹੜਾ ਮੇਨ ਮੁੱਦਾ ਹੈਗਾ ਉਹ ਕਹਿੰਦੀ ਕਿ ਫਰੀडम ਆਫ ਸਪੀਚ ਜਿਹੜੀ ਹੈਗੀ ਉਹ ਐਬਸੋਲੂਟ ਨਹੀਂ ਹੈਗੀ। ਅਗਰ ਤੁਹਾਨੂੰ ਫਰੀडम ਆਫ ਸਪੀਚ ਦਿੱਤੀ ਗਈ ਹੈ ਤੇ ਉਹਦੇ ਨਾਲ ਤੁਹਾਨੂੰ ਕਨਸਟੀਟਿਊਸ਼ਨ ਨੇ ਰਿਸਪੌਂਸਿਬਿਲਟੀਜ਼ ਵੀ ਦਿੱਤੀਆਂ ਹੈਗੀਆਂ। ਜਿੱਥੇ ਇੱਕ ਇੰਡੀਵਿਜੂਅਲ ਦੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਉਹ ਇੱਕ ਸਭ्य ਸਮਾਜ ਦੇ ਵਿੱਚ ਸੱਭਿਆਚਾਰ ਨੂੰ ਬਣਾਏ ਰੱਖੇ, ਉੱਦਾਂ ਸਰਕਾਰਾਂ ਦੀ ਵੀ ਇੱਕ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਜਿੰਨੇ ਵੀ ਉਹਨਾਂ ਦੇ ਬਸ਼ਿੰਦੇ ਹੈਗੇ ਦੇਸ਼ ਦੇ ਵਿੱਚ ਉਹਨਾਂ ਦੀ ਸੇਫਟੀ, ਉਹਨਾਂ ਦੀ ਸਿਕਿਉਰਿਟੀ ਦਾ ਧਿਆਨ ਰੱਖੇ। ਅੱਛਾ, ਪਰ ਪਹਿਲਾਂ ਵੀ ਜੇ ਦੇਖਿਆ ਜਾਵੇ ਤਾਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਸੋਸ਼ਲ ਮੀਡੀਆ ਨੂੰ ਜਿੱਥੇ ਮਾਨਤਾ ਵੀ ਦਿੱਤੀ ਗਈ ਹੈ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨੂੰ ਕੰਟਰੋਲ ਵੀ ਕੀਤਾ ਗਿਆ। ਹੁਣ ਕੀ ਲੋੜ ਪੈ ਗਈ ਇਸ ਵੇਲੇ ਕਿ ਭਾਰਤ ਸਰਕਾਰ ਨੇ ਕੁਝ ਇਹੋ ਜਿਹਾ ਫਰਮਾਨ ਜਾਰੀ ਕੀਤੇ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜੇ ਅਸੀਂ ਬਾਕੀ ਤਾਂ ਬਹੁਤ ਅਲੱਗ-ਅਲੱਗ ਪਲੇਟਫਾਰਮਸ ਨੇ, ਪਰ ਟਵਿੱਟਰ ਦੀ ਗੱਲ ਕਰੀਏ, ਬਹੁਤ ਇੰਪੋਰਟੈਂਟ ਬੜੀ ਅਹਿਮ ਭੂਮਿਕਾ ਨਿਭਾ ਰਿਹਾ ਟਵਿੱਟਰ। ਜਿਹੜੇ ਅਕਾਊਂਟਸ ਨੇ ਉਹਦੇ ਉੱਤੋਂ ਤੁਹਾਡੀਆਂ ਜਿਹੜੀਆਂ ਆਫੀਸ਼ੀਅਲ ਸਟੇਟਮੈਂਟਸ ਦੇ ਰੂਪ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬਹੁਤ ਵੱਡੀਆਂ ਪਰਸਨੈਲਿਟੀਜ਼ ਜਿਹੜੇ ਨੇ ਉਹ ਆਪਣੀ ਇੱਕ ਪ੍ਰੈਸ ਰਿਲੀਜ਼ ਦੀ ਤਰ੍ਹਾਂ ਜੋ ਇੱਕ ਸਟੇਟਮੈਂਟ ਦੇ ਦਿੰਦੇ ਨੇ, ਉਹ ਫਿਰ ਸਾਰੇ ਪਾਸੇ ਟਰੋਲ ਕਰਦੀ ਹੈ। ਉਹਨੂੰ ਬੇਸ ਬਣਾ ਕੇ ਦੁਨੀਆ ਭਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿੱਡੇ ਵੱਡੇ ਹਿਲਜੁਲ ਹੋਣ ਦੇ ਇਨਸੀਡੈਂਟ ਸਾਡੇ ਸਾਹਮਣੇ ਆਏ ਆ। ਇਹ ਹੁਣੇ ਹੀ ਕਿਉਂ ਲੋੜ ਪਈ ਇਸ ਤਰ੍ਹਾਂ ਦੀ? ਦੇਖੋ, ਇਹ ਲੋੜ ਕੋਈ ਹੁਣੇ ਨਹੀਂ ਪਈ ਹੈਗੀ ਹਜੇ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਤੋਂ 10-11 ਸਾਲ ਪਹਿਲੇ ਹੀ ਗੌਰਮੈਂਟ ਨੂੰ ਇਹਨਾਂ ਦੀ ਹਰਕਤਾਂ ਦੇ ਬਾਰੇ 'ਚ ਪਤਾ ਸੀ, ਬਿਕੋਜ਼ ਇਹ ਕੰਪਨੀਆਂ ਜਿਹੜੀਆਂ ਹੈਗੀਆਂ ਫੋਰਨ ਬੇਸਡ ਕੰਪਨੀਆਂ ਹੈਗੀਆਂ, ਤੇ ਇਹਨਾਂ ਦੇ ਸਾਰੇ ਲਾਜ਼ ਜਿਹੜੇ ਹੈਗੇ ਉਹਨਾਂ ਦੇ ਮੁਤਾਬਿਕ ਇਹ ਚੱਲਦੀਆਂ ਹੈਗੀਆਂ। ਹੁਣ ਇੰਡੀਆ ਦੇ ਲਾਅ ਤੇ ਉੱਥੋਂ ਦਾ ਸਿਸਟਮ ਜਿਹੜੇ ਉਹਨਾਂ ਦੇ ਡਾਇਨਾਮਿਕਸ ਜਿਹੜੇ ਹੈਗੇ ਉਹ ਸਾਡੇ ਅਲੱਗ ਹੈਗੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਫਰਜ਼ ਕਰੋ ਕਿ ਕਾਲਾ ਜਾਦੂ ਜਿਹੜਾ ਹੈਗਾ, ਹੋ ਸਕਦਾ ਅਮਰੀਕਨ ਨਾਗਰਿਕ ਜਿਹੜੇ ਹੈਗੇ ਉਹਨਾਂ ਲਈ ਕੁਝ ਵੀ ਚੀਜ਼ ਨਾ ਹੋਵੇ, ਉਹ ਹੱਸ ਕੇ ਟਾਲ ਦੇਣ, ਬਟ ਇੰਡੀਆ ਦੇ ਵਿੱਚ ਅਗਰ ਕਾਲਾ ਜਾਦੂ ਹੈ ਤਾਂ ਹੋ ਸਕਦਾ ਕਿਸੇ ਬੱਚੇ ਦੀ ਉੱਥੇ ਬਲੀ ਵੀ ਦੇਈ ਜਾ ਸਕਦੀ। ਤੁਸੀਂ ਹਜ਼ਾਰਾਂ ਖਬਰਾਂ ਇਦਾਂ ਦੀ ਪੜ੍ਹਦੇ ਹੋਣੇ ਹੋ, ਤੇ ਉਹ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਬਣ ਜਾਂਦੀ ਹੈ। ਤੇ ਕੋਈ ਵੀ ਇਦਾਂ ਦਾ ਮੀਡੀਆ, ਇਦਾਂ ਦਾ ਟਵੀਟ ਜਿਹੜਾ ਕਿ ਲੋਕਾਂ ਦੀ ਜਾਨ ਤੇ ਬਣ ਆਏ, ਉਦਾਂ ਦੀ ਚੀਜ਼ ਨਾ ਤੇ ਮੇਰੇ ਖਿਆਲ ਕੋਈ ਵੀ ਸਰਕਾਰ ਐਕਸੈਪਟ ਕਰੂਗੀ, ਤੇ ਨਾ ਹੀ ਕੋਈ ਇੰਡੀਵਿਜੂਅਲ ਜਿਹੜਾ ਇੱਕ ਸਭ्य ਸਮਾਜ ਸੁਸਾਇਟੀ ਹੈਗੀ ਉਹਨੂੰ ਐਕਸੈਪਟ ਕਰਨ ਨੂੰ ਰਾਜ਼ੀ ਹੋਊਗੀ। ਰਾਈਟ। ਅੱਛਾ, ਫਿਰ ਹੁਣ ਇਸੇ ਗੱਲ ਨੂੰ ਅੱਗੇ ਤੁਰਦੇ ਹੋਏ ਜੇਕਰ ਦੇਖੀਏ ਤਾਂ ਸਰਕਾਰ ਨੇ ਕੀ ਕੋਸ਼ਿਸ਼ ਕੀਤੀ ਹੈ ਜੀ, ਦੱਸੋ ਥੋੜਾ। ਸਰਕਾਰ ਦਾ ਪੁਆਇੰਟ ਬਹੁਤ ਕਲੀਅਰ ਹੈਗਾ। ਉਹ ਕਹਿੰਦੇ ਹੈਗੇ ਕਿ ਤੁਸੀਂ ਆਪਣਾ ਇੱਕ ਨੋਡਲ ਅਫਸਰ ਜਿਹੜਾ ਹੈਗਾ ਉਹ ਕੰਟਰੀ ਦੇ ਵਿੱਚ ਰੱਖੋ, ਜਿਹੜਾ ਸਾਡੇ ਗ੍ਰੀਵੈਂਸਸ ਸੁਣੇ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਅੱਜ ਤੋਂ 10-11 ਸਾਲ ਪਹਿਲੇ ਹੀ ਸਰਕਾਰ ਨੇ ਸਾਈਬਰ ਕ੍ਰਾਈਮ ਥਾਣੇ ਬਣਾਉਣਾ ਸ਼ੁਰੂ ਕਰ ਦਿੱਤੇ ਸੀ, ਬਿਕੋਜ਼ ਛੋਟੇ ਜਿਹੜੇ ਪੱਧਰ ਦੇ ਲੋਕ ਹੈਗੇ ਉਹ ਕਾਫੀ ਸਕੈਮ ਔਰ ਕਾਫੀ ਤਰ੍ਹਾਂ ਦੀ ਲੁੱਟਮਾਰ ਜਿਹੜੀ ਆ ਆਨਲਾਈਨ ਸ਼ੁਰੂ ਹੋ ਗਈ ਸੀ। ਲੋਕੀ ਅੱਜ ਵੀ ਤੁਸੀਂ ਖਬਰਾਂ ਸੁਣਦੇ ਹੋ, ਬੈਂਕ 'ਚੋਂ ਕਿਸੇ ਦੇ ਪੈਸੇ ਕਢਾ ਲੈਂਦੇ ਆ ਝੂਠੇ ਮੈਸੇਜ ਕਰਕੇ, ਕੋਈ ਲਿੰਕ ਭੇਜ ਕੇ, ਤੇ ਉਹਨਾਂ ਲੋਕਾਂ ਨੂੰ ਐਡਰੈਸ ਕਰਨ ਲਈ ਕੋਈ ਮਤਲਬ ਕੋਈ ਤਰੀਕਾ ਨਹੀਂ ਸੀ, ਬਿਕੋਜ਼ ਇਹ ਜਿਹੜੇ ਟਵਿੱਟਰ ਜਾਂ ਫੇਸਬੁੱਕ ਹੈਗੇ ਇਹਨਾਂ ਦੀ ਕੋਈ ਵੀ ਨੋਡਲ ਏਜੰਸੀ ਜਾਂ ਨੋਡਲ ਬੰਦਾ ਇੰਡੀਆ ਦੇ ਵਿੱਚ ਉਸ ਟਾਈਮ ਪ੍ਰੈਜ਼ੈਂਟ ਨਹੀਂ ਸੀ। ਸਰਕਾਰ ਦਾ ਪੁਆਇੰਟ ਇਹ ਹੈ ਕਿ ਤੁਹਾਡਾ ਕੋਈ ਨਾ ਕੋਈ ਆਫਿਸਰ ਜਾਂ ਕੋਈ ਏਜੰਸੀ ਇੱਥੇ ਹੋਏ ਜਿਹੜੀ ਕਿ ਰਿਡਰੈਸਲ ਲੇ ਔਰ ਟਾਈਮ ਫਰੇਮ ਦੇ ਅੰਦਰ ਉਸ ਪ੍ਰੋਬਲਮ ਨੂੰ ਦੂਰ ਕਰੇ। ਬਟ ਟਵਿੱਟਰ ਜਿਹੜੇ ਹੈਗੇ ਇਹਨਾਂ ਗੱਲਾਂ ਨੂੰ ਮੰਨਣ ਨੂੰ ਜਿਹੜੇ ਤਿਆਰ ਨਹੀਂ ਹੈਗੇ, ਔਰ ਇਹ ਰੱਸਾਕਸ਼ੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਧਣ ਵਾਲੀ ਹੈ। ਅੱਛਾ, ਇਸੇ ਗੱਲ ਦੇ ਚੱਲਦਿਆਂ ਜੇ ਅਸੀਂ ਓਵਰਆਲ ਦੇਖੀਏ ਤਾਂ ਨੈਸ਼ਨਲ ਪੱਧਰ ਦੇ ਉੱਪਰ ਜਿਹੜੀਆਂ ਬਹੁਤ ਸਾਰੀਆਂ ਪਰਸਨੈਲਿਟੀਜ਼ ਦੇ ਅਕਾਊਂਟਸ ਨੂੰ ਕੰਟਰੋਲ ਕਰਨ ਦੀ ਗੱਲ ਜਾਂ ਉਹਨਾਂ ਨੂੰ ਬੈਨ ਕਰਨ ਦੀ ਗੱਲ ਜਾਂ ਸਸਪੈਂਡ ਕਰਨ ਦੀ ਗੱਲ ਚੱਲਦੀ ਹੈ, ਤਾਂ ਪਿਛਲੇ ਦਿਨੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਹੋਰਾਂ ਦਾ ਅਕਾਊਂਟ ਜਿਹੜਾ ਹੈ ਜੀ, ਉਹ ਜਿਹੜੇ ਸੋਸ਼ਲ ਮੀਡੀਆ ਦੇ ਕੁਝ ਅਕਾਊਂਟਸ ਨੇ ਜਿਹੜੇ ਉਹਨਾਂ ਨੂੰ ਬਲੌਕ ਕੀਤਾ ਗਿਆ, ਬੈਨ ਕੀਤਾ ਗਿਆ, ਬੰਦ ਕੀਤਾ ਗਿਆ। ਦੱਸੋ ਇਸ ਲੈਵਲ ਤੱਕ ਸਿਚੁਏਸ਼ਨ ਕਿਉਂ ਪਹੁੰਚਦੀ ਹੈ?
ਦੇਖੋ ਉਹੀ ਮੈਂ ਤੁਹਾਨੂੰ ਪਹਿਲੇ ਵੀ ਗੱਲ ਆਖੀ ਇਹ ਹੈਗੀ ਕਿ ਅਮਰੀਕਾ ਜਿਹੜਾ ਹੈਗਾ, ਅਮਰੀਕਾ ਦੇ ਲਾਜ਼ ਇਹ ਕੰਪਨੀਆਂ ਅੰਡਰਸਟੈਂਡ ਕਰਦੀਆਂ ਹੈਗੀਆਂ, ਕਿਉਂਕਿ ਉਸ ਸਮੇਂ ਕੈਪੀਟਲ ਰਾਈਟਸ ਹੋਏ ਸੀ ਔਰ ਖਤਰਾ ਸੀ ਕਿ ਹੋਰ ਰਾਈਟਸ ਹੋ ਸਕਦੇ, ਉਹਨਾਂ ਨੇ ਅਕਾਊਂਟ ਬੈਨ ਕਰ ਦਿੱਤਾ। ਬਟ ਇੰਡੀਆ 'ਚ ਵੀ ਇਹ ਸਿਚੁਏਸ਼ਨ ਬਣਦੀ ਹੈ, ਬਿਕੋਜ਼ ਦੇਖੋ ਜਾਨ ਤੇ ਹਰ ਇੱਕ ਬੰਦੇ ਦੀ ਇੰਪੋਰਟੈਂਟ ਹੈਗੀ, ਚਾਹੇ ਉਹ ਕੋਈ ਵੱਡੇ ਪੱਧਰ ਦਾ ਬੰਦਾ ਹੈਗਾ ਜਾਂ ਛੋਟਾ ਕੋਈ ਬੰਦਾ ਹੈਗਾ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਫਾਰਮਰ ਐਜੀਟੇਸ਼ਨ ਜਿਹੜੀ ਆਪਣੀ ਹੁਣ ਅੱਜ ਤੋਂ 5-6 ਮਹੀਨੇ ਪਹਿਲੇ ਚੱਲੀ ਸੀ, ਦਿੱਲੀ ਦੇ ਵਿੱਚ ਕਿੰਨਾ ਵੱਡਾ ਹੱਲਾ ਬੋਲਿਆ ਸੀ, ਅਗਰ ਲਾਠੀ ਚਾਰਜ ਹੋ ਜਾਏ, 4-5 ਲੋਕ ਮਰ ਜਾਣ, 6 ਲੋਕ ਮਰ ਜਾਣ, ਤਾਂ ਉਹਦਾ ਜਵਾਬ ਟਵਿੱਟਰ ਨਹੀਂ ਦਊਗਾ, ਉਹਦਾ ਜਵਾਬ ਸਰਕਾਰਾਂ ਨੂੰ ਦੇਣਾ ਪੈਂਦਾ, ਉਹਦਾ ਜਵਾਬ ਜਿਹੜੇ ਹੈਗੇ ਉੱਥੋਂ ਦੇ ਅਹੁਦੇਦਾਰ ਹੈ ਉਹਨਾਂ ਨੂੰ ਦੇਣਾ ਪੈਂਦਾ। ਤੇ ਇਹ ਕੰਪਨੀਆਂ ਜਿਹੜੀਆਂ ਆਪਣਾ ਪੱਲਾ ਝਾੜ ਕੇ ਆਪਣਾ ਬਿਜ਼ਨਸ ਚਲਾਉਂਦੀ ਰਹਿੰਦੀ। ਤੇ ਸਰਕਾਰ ਦਾ ਹੀ ਮੁੱਦਾ ਹੈਗਾ ਕਿ ਇਹਨਾਂ ਨੂੰ ਅਕਾਊਂਟੇਬਲ ਕੀਤਾ ਜਾਏ ਕਿ ਅਗਰ ਇਹ ਕੋਈ ਅਫਵਾਹ ਜਿਹੜੀ ਹੈਗੀ ਕਿ ਓਰੀਜਿਨੇਟ ਹੋਈ ਹੈ, ਅਫਵਾਹ ਫੈਲਾਉਣ ਵਾਲਾ ਕੌਣ ਹੈ, ਅਗਰ ਉਹ ਬੰਦਿਆਂ ਨੂੰ ਕੋਈ ਦਿਮਾਗ ਦੇ ਵਿੱਚ ਡਰ ਹੋਵੇ ਤੇ ਹੋ ਸਕਦਾ ਲੋਕ ਇਹਨੂੰ ਜਿੰਨੇ ਵੀ ਆਪਣੇ ਪਲੇਟਫਾਰਮ ਹੈਗੇ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਨ, ਕਿਉਂਕਿ ਲੋਕਾਂ ਦੇ ਵਿੱਚ ਹਾਲੇ ਕੋਈ ਡਰ ਨਹੀਂ ਹੈਗਾ ਇੱਦਾਂ ਦਾ। ਅੱਛਾ, ਕੀ ਇਹ ਸਿਰਫ ਤੁਹਾਨੂੰ ਲੱਗਦਾ ਕਿ ਸਰਕਾਰ ਇਹਨਾਂ ਅਫਵਾਹਾਂ ਤੇ ਕੰਟਰੋਲ ਕਰਨ ਲਈ ਇਹ ਸਾਰਾ ਕੁਝ ਕਰ ਰਹੀ ਹੈ, ਜਾਂ ਉਹਨਾਂ ਦਾ ਮੋਟਿਵ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਵੀ ਹੈ ਕਿ ਸਾਡੇ ਖਿਲਾਫ ਜਿਹੜਾ ਲੋਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਾਮਬੰਦ ਹੋ ਜਾਂਦੇ ਆ, ਇਕੱਠੇ ਹੋ ਜਾਂਦੇ ਆ, ਇੱਕ ਧਿਰ ਬਣ ਕੇ ਖੜ ਜਾਂਦੇ ਆ, ਸਾਡੇ ਖਿਲਾਫ ਜਿਹੜੇ ਮੈਸੇजेस ਇੰਨੇ ਟਰੈਵਲ ਕਰਦੇ ਆ ਦੂਰ ਦੂਰ ਤੱਕ, ਉਹ ਵੀ ਇੱਕ ਮੈਸੇਜ ਹੈ? ਦੇਖੋ ਮੋਟਿਵ ਇਹਦੇ ਚ ਦੋ ਬੜੇ ਕਲੀਅਰ ਹੈ। ਪਹਿਲਾ ਮੋਟਿਵ ਜਿਹੜਾ ਹੈਗਾ ਸਰਕਾਰ ਦਾ ਕਿ ਜਿਹੜੀ ਇੱਕ ਆਮ ਜ਼ਿੰਦਗੀਆਂ ਜਿਹੜੀਆਂ ਬਰਬਾਦ ਹੋ ਰਹੀਆਂ ਹੈਗੀਆਂ ਜਾਂ ਆਮ ਬੰਦੇ ਦੀ ਜਿਹੜੀ ਪਰੇਸ਼ਾਨੀ ਉਹਨੂੰ ਦੂਰ ਕੀਤਾ ਜਾਵੇ, ਬਿਕੋਜ਼ ਇਹਦੇ ਵਿੱਚ ਸਰਕਾਰੀ ਮਸ਼ੀਨਰੀ ਬਹੁਤ ਜ਼ਿਆਦਾ ਲੱਗ ਰਹੀ ਹੈ। ਤੁਸੀਂ ਦੇਖੋ ਹਾਲੀ ਜਿਹੜੇ ਸਾਡੇ ਨਾਰਮਲ ਥਾਣੇ ਆ ਉਹੀ ਕੇਸ ਜਿਹੜੇ ਹੈ ਸੋਲਵ ਨਹੀਂ ਕਰ ਪਾਉਂਦੇ, ਤੇ ਜਿਹੜੇ ਹੁਣ ਸਾਈਬਰ ਕ੍ਰਾਈਮ ਥਾਣੇ ਬਣ ਰਹੇ ਆ ਉਹਦੇ ਵਿੱਚ ਵੀ ਤੁਸੀਂ ਕਹਿ ਲਓ ਕਿ ਕਿੰਨੇ ਕੇ ਐਕਸਪਰਟ ਤੁਸੀਂ ਬਿਠਾਓਗੇ, ਬਜਾਏ ਇਹਦੇ ਕਿ ਜਿਹੜੇ ਟਵਿੱਟਰ ਜਾਂ ਫੇਸਬੁੱਕ ਦੇ ਜਿਹੜੇ ਆਪ ਐਕਸਪਰਟਿਜ਼ ਇਹਨਾਂ ਕੋਲ ਹੈਗੇ ਉਹਨਾਂ ਤੋਂ ਪ੍ਰੋਬਲਮ ਹੈ ਜਲਦੀ ਸੋਲਵ। ਦੂਸਰਾ ਪੁਆਇੰਟ ਇਹ ਹੈਗਾ ਕਿ ਇਮੇਜ, ਹਰ ਕੰਟਰੀ ਆਪਣੀ ਇਮੇਜ ਦਾ ਜਿਹੜਾ ਉਹ ਧਿਆਨ ਰੱਖਦੀ ਹੈਗੀ, ਤੇ ਇਹ ਦੋਨੋਂ ਪੁਆਇੰਟ ਜਿਹੜੇ ਬਹੁਤ ਇੰਪੋਰਟੈਂਟ ਹੈ, ਇੱਕ ਆਮ ਜਨ ਜੀਵਨ ਦੀ ਜਨਤਾ ਦੀ ਸੇਫਟੀ ਲਈ, ਔਰ ਦੂਸਰਾ ਗਵਰਨਮੈਂਟ ਆਪਣੀ ਇਮੇਜ ਨੂੰ ਬਚਾਉਣ ਲਈ। ਇਮੇਜ ਮਤਲਬ ਗਵਰਨਮੈਂਟ ਦੀ ਨਹੀਂ ਹੁੰਦੀ, ਇਮੇਜ ਆਪਣੀ ਕੰਟਰੀ ਦੀ ਹੁੰਦੀ। ਹੁਣ ਤੁਸੀਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਕਿ ਟਵਿੱਟਰ ਦੇ ਉੱਪਰ ਜਦੋਂ ਫਾਰਮਰ ਐਜੀਟੇਸ਼ਨ ਹੋਈ ਹੈ ਤੇ ਟਵਿੱਟਰ ਨੇ ਕੁਝ ਜਿਹੜੇ ਅਕਾਊਂਟ ਤੇ ਟਵੀਟ ਬਲੌਕ ਕਰ ਦਿੱਤੇ ਸੀ ਫਾਰਮਰ ਐਜੀਟੇਸ਼ਨ ਦੇ, ਬਟ ਉਹ ਟਵੀਟ ਜਿਹੜੇ ਉਹ ਸਿਰਫ ਇੰਡੀਆ ਵਿੱਚ ਬਲੌਕ ਸੀ, ਬਾਹਰਲੇ ਮੁਲਕਾਂ ਦੇ ਵਿੱਚ ਉਹ ਟਵੀਟ ਵਿਜ਼ੀਬਲ ਸੀ। ਤੇ ਹੁਣ ਇੰਡੀਅਨ ਪੋਪੂਲੇਸ਼ਨ ਜਿਹੜੀ ਉਹ ਸਿਰਫ ਇੰਡੀਆ 'ਚ ਨਹੀਂ ਰਹਿੰਦੀ, ਤੁਹਾਨੂੰ ਪਤਾ ਉਹ ਗਲੋਬਲੀ ਰਹਿੰਦੀ ਹੈਗੀ, ਔਰ ਇਹਦੇ ਨਾਲ ਕੰਟਰੀ ਦੀ ਇਮੇਜ ਖਰਾਬ ਹੁੰਦੀ ਹੈ। ਬਾਹਰ ਜਿਹੜੇ ਲੋਕ ਬੈਠੇ ਹੋਏ ਆ, ਜਿੱਦਾਂ ਤੁਸੀਂ ਕਹਿ ਲਓ ਯੂਕੇ, ਆਸਟ੍ਰੇਲੀਆ, ਕੈਨੇਡਾ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਡਰ ਜਾਂ ਇੱਕ ਤੁਸੀਂ ਕਹਿ ਲਓ ਕਿ ਐਨਜ਼ਾਈਟੀ ਪੈਦਾ ਹੋ ਜਾਂਦੀ ਹੈ ਕਿ ਲੋਕੀ ਸੋਚਦੇ ਆ ਕਿ ਪਤਾ ਨਹੀਂ ਇੰਡੀਆ ਦੇ ਵਿੱਚ ਕੀ ਚੱਲ ਰਿਹਾ ਹੈਗਾ, ਕਿਉਂਕਿ ਅਲਟੀਮੇਟਲੀ ਜਿਹੜੇ ਵੀ ਲੋਕ ਬਾਹਰ ਰਹਿ ਰਹੇ ਹੈਗੇ ਉਹਨਾਂ ਦਾ ਕੋਈ ਨਾ ਕੋਈ ਕਨੈਕਸ਼ਨ ਆਪਣੇ ਹੋਮ ਕੰਟਰੀ ਦੇ ਨਾਲ ਤੇ ਹਮੇਸ਼ਾ ਬਣਿਆ ਹੀ ਰਹਿੰਦਾ ਹੈਗਾ। ਅੱਛਾ, ਤੁਹਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਕੋਈ ਇਸ ਤਰ੍ਹਾਂ ਦੀ ਫਿਰ ਇਹ ਗੱਲ ਜਿਹੜੀ ਹੈ ਇੱਕ ਤਰ੍ਹਾਂ ਦਾ ਨਾਲ ਜੇ ਸਿੱਧੇ ਸ਼ਬਦਾਂ 'ਚ ਕਹੀਏ ਵੀ ਇਹ ਡੰਡਾ ਜਿਹੜਾ ਹੈ ਜੀ, ਸਰਕਾਰ ਉਹ ਹੁਣ ਸਾਰਿਆਂ ਦੇ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕਰੇਗੀ ਕਿ ਭਾਈ ਜੋ ਅਸੀਂ ਚਾਹੁੰਦੇ ਹਾਂ, ਜੋ ਦਿਖਾਉਣਾ ਚਾਹੁੰਦੇ ਹਾਂ, ਜੋ ਪੜ੍ਹਾਉਣਾ ਚਾਹੁੰਦੇ ਹਾਂ, ਜੋ ਜਿਸ ਤਰ੍ਹਾਂ ਦੀਆਂ ਟਵੀਟ ਕੀਤੀਆਂ ਜਾਣ, ਜਿਹੜੀਆਂ ਅਲਾਓ ਕਰਦੀ ਹੈ ਸਰਕਾਰ, ਉਹੀ ਲੋਕਾਂ ਦੇ ਸਾਹਮਣੇ ਆਉਣ। ਅਦਰਵਾਈਜ਼ ਜੇ ਕੋਈ ਸਾਡੇ ਖਿਲਾਫ ਬੋਲਦਾ ਹੈ ਜਾਂ ਪਾਰਟੀਆਂ ਦੇ ਜਾਂ ਸਰਕਾਰਾਂ ਦੇ ਜਾਂ ਕਿਸੇ ਦੇਸ਼ ਦੇ ਲੀਡਰ ਦੇ, ਤਾਂ ਉਹਨੂੰ ਬੰਦ ਕਰਵਾ ਦਈਏ। ਨਹੀਂ ਨਹੀਂ, ਸਰਕਾਰ ਨੇ ਕਦੀ ਵੀ ਦੇਖੋ ਇਹਦੇ ਉੱਪਰ ਕੰਟਰੋਲ ਨਹੀਂ ਕਰ ਸਕਦੇ। ਉਹਨਾਂ ਇਹ ਤੇ ਕਿਹਾ ਨਹੀਂ ਹੈਗਾ ਕਿ ਸਾਡਾ ਬੰਦਾ ਤੁਸੀਂ ਟਵਿੱਟਰ ਦੇ ਵਿੱਚ ਇੰਪਲੋਏ ਕਰ ਲਓ, ਮਤਲਬ ਪਰ ਸਰਕਾਰ ਦਾ ਜਿਹੜੀ ਕੰਪਲੇਂਟਸ ਤਾਂ ਭੁਪਿੰਦਰ ਜੀ ਉਹ ਕਰਦੀ ਹੈ ਸਰਕਾਰ, ਤਾਂ ਨਹੀਂ ਫਿਰ ਉਹਨਾਂ ਦੇ ਕਹਿਣ ਮੁਤਾਬਕ ਹੀ ਦੇਖੋ ਅਕਾਊਂਟ ਬੰਦ ਹੁੰਦੇ ਆ। ਦੇਖੋ ਇਹ ਜਿਹੜਾ ਹੈਗਾ ਕੋਈ ਵੱਡਾ, ਇਹ ਬਹੁਤ ਵੱਡੀ ਇੱਕ ਐਕਸਰਸਾਈਜ਼ ਹੋ ਜਾਂਦੀ ਹੈ, ਕਿਉਂਕਿ ਤੁਹਾਨੂੰ ਪਤਾ ਟਵਿੱਟਰ ਦੇ ਉੱਪਰ ਇੱਕ ਦਿਨ 'ਚ ਬਿਲੀਅਨ ਦੇ ਹਿਸਾਬ ਨਾਲ ਟਵੀਟ ਆਉਂਦੇ ਹੈਗੇ। ਹਾਂਜੀ, ਇਹ ਤੇ ਮਤਲਬ ਟਵਿੱਟਰ ਖੁਦ ਵੀ ਕੰਟਰੋਲ ਨਹੀਂ ਕਰ ਸਕਦਾ ਸਰਕਾਰ ਪਰ ਦੀ ਪਿਕ ਐਂਡ ਚੂਜ਼ ਤਾਂ ਕੀਤੇ ਜਾਂਦੇ ਨੇ ਨਾ ਜੀ। ਉਹ ਸਾਡੇ ਸਾਹਮਣੇ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜਿੱਥੇ ਪਿਕ ਕਰਕੇ ਉਹਨਾਂ ਨੂੰ ਕੰਪਲੇਂਟ ਕੀਤੀ ਜਾਂਦੀ ਹੈ ਤੇ ਫਿਰ ਉਹ ਬੈਨ ਕੀਤੇ ਜਾਂਦੇ ਨੇ ਅਕਾਊਂਟਸ। ਜੀ ਹਾਂ, ਪਿਕ ਐਂਡ ਚੂਜ਼ ਜਿਹੜਾ ਉਹ ਬਿਲਕੁਲ ਹੋਏਗਾ, ਔਰ ਉਹਦਾ ਆਈਟੀ ਰੂਲਸ ਬਣਨਗੇ, ਜਿਹੜੇ ਆਈਟੀ ਰੂਲ ਵਿਜ਼ੀਬਲ ਹੋਣਗੇ ਲੋਕਾਂ ਲਈ, ਬਿਕੋਜ਼ ਸਰਕਾਰਾਂ ਜਿਹੜੀਆਂ ਹੈਗੀਆਂ ਜਿਹੜੇ ਰੂਲਸ ਬਣਦੇ ਹੈਗੇ ਉਹ ਕੋਈ ਮਤਲਬ ਗੁੰਮਸੁੰਮ ਰੂਲ ਨਹੀਂ ਹੋਣਗੇ। ਆਈਟੀ ਰੂਲ ਜਿਹੜੇ ਹੈਗੇ ਆਈਟੀ ਮਿਨਿਸਟਰ ਨੇ ਅੱਗੇ ਬੋਲੇ ਹੋਏ ਆ, ਉਹ ਜਿਹੜੇ ਪਬਲਿਕਲੀ ਪਤਾ ਹੋਣਗੇ ਲੋਕਾਂ ਨੂੰ। ਔਰ ਦੂਸਰਾ ਤੁਹਾਨੂੰ ਇਹਦੇ ਇਨੀਸ਼ੀਏਟਿਵ ਮੈਂ ਦੱਸ ਦਿਆਂ ਕਿ ਨਾਈਜੀਰੀਆ ਦੇ ਪ੍ਰੈਜ਼ੀਡੈਂਟ ਦਾ ਅਕਾਊਂਟ ਟਵਿੱਟਰ ਨੇ ਬਲੌਕ ਕੀਤਾ ਸੀ, ਐਂਡ ਨਾਈਜੀਰੀਆ ਨੇ ਪੂਰਾ ਟਵਿੱਟਰ ਹੀ ਬਲੌਕ ਕਰਤਾ ਕੰਟਰੀ 'ਚ। ਤੇ ਹਾਂਜੀ ਹਾਂਜੀ। ਇਹਦੀ ਇਨੀਸ਼ੀਏਸ਼ਨ ਸ਼ੁਰੂ ਹੋ ਗਈ ਹੈ, ਔਰ ਤੁਸੀਂ ਦੇਖੋ ਕਿ ਕੱਲ ਮੇਰੇ ਖਿਆਲ ਪਰਸੋਂ ਦੀ ਗੱਲ ਹੈਗੀ ਕਿ ਜਿਹੜਾ ਆਪਣਾ ਸੋਸ਼ਲ ਮੀਡੀਆ ਲੋਕਲ ਪੇਜ ਹੈਗਾ ਕੂ, ਉਹਨੂੰ ਨਾਈਜੀਰੀਆ ਦੇ ਵਿੱਚ ਇੰਡੀਆ ਨੇ ਲਾਂਚ ਕਰ ਦਿੱਤਾ ਹੈਗਾ। ਤੇ ਤੁਸੀਂ ਇਹਦੇ ਨਾਲ ਅੰਦਾਜ਼ਾ ਲਗਾਓ ਕਿ ਸਿਚੁਏਸ਼ਨ ਕਿੰਨੀ ਅਗਰੈਸਿਵ ਹੈਗੀ, ਬਿਕੋਜ਼ ਹੁਣ ਆਉਣ ਵਾਲੇ ਦਿਨਾਂ 'ਚ ਸਾਨੂੰ ਦੇਖਣਾ ਪੈਣਾ ਹੈਗਾ ਕਿ ਟਵਿੱਟਰ ਔਰ ਗਵਰਨਮੈਂਟ ਦੀ ਜਿਹੜੀ ਇਹ ਰੱਸਾਕਸ਼ੀ ਚੱਲ ਰਹੀ ਹੈਗੀ ਇਹਦੇ 'ਚ ਕੰਪਰੋਮਾਈਜ਼ ਕਿੰਨਾ ਹੁੰਦਾ ਹੈਗਾ, ਔਰ ਅਸਲੀ ਰੂਲ ਰੈਗੂਲੇਸ਼ਨ ਦੇ ਉੱਪਰ ਕਾਰਵਾਈ ਕਿੰਨੀ ਹੁੰਦੀ ਹੈ।
ਰਾਈਟ। ਅੱਛਾ, ਕੋਈ ਹੋਰ ਖਾਸ ਗੱਲ ਕਹਿਣੀ ਚਾਹੋ ਬਿਫੋਰ ਕਿ ਅਸੀਂ ਅੱਜ ਦੀ ਸਾਡੀ ਇੱਕ ਖਾਸ ਜਿਹੜੀ ਗੱਲਬਾਤ ਹੈ ਜਿਹਦੇ ਵਿੱਚ ਸੋਸ਼ਲ ਐਂਡ ਪੋਲੀਟੀਕਲ ਪਾਸ, ਭਾਵ ਕਿ ਅਸੀਂ ਸਮਾਜਿਕ ਸਾਡੇ ਜਿਹੜੇ ਕਾਰੋਬਾਰ ਨੇ, ਕੰਮਕਾਰ ਨੇ, ਲੋਕਾਂ ਦਾ ਰਹਿਣ ਸਹਿਣ ਹੈ, ਸੋਸ਼ਲ ਮੈਸੇजेस ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜੇ ਕਨਵੇ ਕੀਤੇ ਜਾਂਦੇ ਸੀ, ਪਰ ਉਹਨਾਂ ਦਾ ਪ੍ਰਭਾਵ ਸਿਆਸੀ ਪੱਧਰ ਦੇ ਉੱਪਰ ਕਿਵੇਂ ਜੁੜਦਾ ਰਿਹਾ, ਉਸ ਗੱਲ ਨੂੰ ਜੋੜਦੇ ਹੋਏ ਸਰਕਾਰਾਂ ਵੱਲੋਂ, ਖਾਸ ਤੌਰ ਤੇ ਇਸ ਵੇਲੇ ਇੰਡੀਆ ਸਰਕਾਰ ਦੀ, ਅਸੀਂ ਭਾਰਤ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੁਛ ਇੱਕ ਕੋਸ਼ਿਸ਼ਾਂ ਆਰੰਭੀਆਂ ਨੇ ਤੇ ਉਹਨਾਂ ਦੇ ਚੱਲਦਿਆਂ ਇਸ ਵੇਲੇ ਕਾਫੀ ਵੱਡੇ ਪੱਧਰ ਦੇ ਉੱਪਰ ਹਿਲਜੁਲ ਹੋ ਰਹੀ ਹੈ। ਕਾਫੀ ਸਾਰੇ ਜਿਹੜੇ ਅਕਾਊਂਟਸ ਨੇ, ਕਾਫੀ ਪ੍ਰੋਮੀਨੈਂਟ ਲੋਕਾਂ ਦੇ, ਪਰਸਨੈਲਿਟੀਜ਼ ਇਹੋ ਜਿਹੀਆਂ ਨੇ ਜਿਹੜੀਆਂ ਕੋਈ ਨਾ ਕੋਈ ਆਪਣਾ ਇਨਫਲੂਐਂਸ਼ੀਅਲ ਬੇਸ ਰੱਖਦੀਆਂ, ਚਾਹੇ ਉਹ ਐਕਟਰੈਸਿਸ ਨੇ ਜਾਂ ਕੋਈ ਸੋਸ਼ਲ ਵਰਕਰ ਨੇ, ਚਾਹੇ ਕੋਈ ਪੋਲੀਟੀਸ਼ੀਅਨ ਹੈ। ਸੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵੱਲੋਂ ਲਿਖੀਆਂ ਹੋਈਆਂ ਇੱਕ ਜਾਂ ਦੋ ਲਾਈਨਸ ਬਹੁਤ ਵੱਡੇ ਪੱਧਰ ਦੇ ਉੱਪਰ ਪੂਰੇ ਦੇ ਪੂਰੀ ਦੇਸ਼ ਦੀ ਇਕੋਨਮੀ, ਪੂਰੇ ਦੇ ਪੂਰੇ ਦੇਸ਼ ਦੇ ਜਿਹੜੇ ਸਰਕਾਰ ਦੇ ਵਿੱਚ ਢਾਂਚਾ ਜਿਹੜਾ, ਉਹਨੂੰ ਹਿਲਾਉਣ ਦੀ ਕਪੈਸਿਟੀ ਰੱਖਦੀਆਂ। ਸੋ ਇਸ ਲੈਵਲ ਦੇ ਉੱਪਰ ਸਰਕਾਰਾਂ ਵੀ ਚਾਹੁੰਦੀਆਂ ਨੇ ਕਿ ਕਿਸੇ ਨਾ ਕਿਸੇ ਰੂਪ 'ਚ ਉਹਨਾਂ ਦੇ ਕੋਲ ਕੰਟਰੋਲ ਹੋਵੇ ਤਾਂ ਕਿ ਉਹ ਕਿਤੇ ਕੋਈ ਡੈਮੇਜ ਹੋਣ ਜਾ ਰਿਹਾ ਤਾਂ ਉਹ ਡੈਮੇਜ ਕੰਟਰੋਲ ਕਰ ਸਕਣ। ਇਸ ਪੁਆਇੰਟ ਤੇ ਸਰ ਅਖੀਰ ਤੇ ਕਲੋਜ਼ਿੰਗ ਰਿਮਾਰਕਸ ਦੇ ਦਿਓ ਤੇ ਫਿਰ ਆਪਾਂ ਸਮਾਪਤ ਕਰਦੇ ਹਾਂ ਅੱਜ ਦੀ ਗੱਲਬਾਤ। ਹਰਜਿੰਦਰ ਜੀ ਦੇਖੋ, ਮੀਡੀਆ ਜਦੋਂ ਤੱਕ ਮਾਰਕੀਟਿੰਗ ਤੱਕ ਸੀਮਿਤ ਹੈਗਾ ਜਾਂ ਤੁਹਾਡੀ ਪਬਲਿਸਿਟੀ ਤੱਕ ਸੀਮਿਤ ਹੈਗਾ ਉਦੋਂ ਤੱਕ ਤੇ ਠੀਕ ਹੈਗਾ, ਬਟ ਜਦੋਂ ਵੀ ਇਹ ਪਲੇਟਫਾਰਮ ਕਿਸੇ ਦੀ ਜਾਨ ਤੇ ਬਣ ਜਾਣ ਜਾਂ ਕਿਸੇ ਦੰਗੇ ਕਰਾ ਦੇਣ ਜਾਂ ਕਿਸੇ ਕੰਟਰੀ ਦੀ ਇਮੇਜ ਖਰਾਬ ਕਰਨ, ਕੰਟਰੀ ਦੀ ਕੀ ਕਿਸੇ ਨਾਰਮਲ ਬੰਦੇ ਦੀ ਵੀ ਇਮੇਜ ਖਰਾਬ ਕਰਨ ਜਾਂ ਕਿਸੇ ਦਾ ਕੋਈ ਜਾਤੀ ਜਾਂ ਮਾਲੀ ਨੁਕਸਾਨ ਕਰਨ, ਮੇਰੇ ਖਿਆਲ 'ਚ ਉੱਦਾਂ ਦਾ ਜਿਹੜਾ ਹੈਗਾ ਮੀਡੀਆ, ਉਹਨੂੰ ਭਾਵੇਂ ਕੋਈ ਵੀ ਪਲੇਟਫਾਰਮ ਹੋਵੇ, ਉਹਨੂੰ ਰੋਕਣ ਦੀ ਤੇ ਉਹਨੂੰ ਨਕੇਲ ਪਾਉਣ ਦੀ ਬਹੁਤ ਸਖਤ ਜ਼ਰੂਰਤ ਹੈਗੀ। ਬਿਕੋਜ਼ ਇਹਨਾਂ ਨੂੰ ਡਾਇਨਾਮਿਕਸ ਸਮਝਣੇ ਪੈਣੇ ਹੈਗੇ, ਬਿਕੋਜ਼ ਇੰਡੀਆ ਦੇ ਡਾਇਨਾਮਿਕਸ ਜਿਹੜੇ ਹੈਗੇ ਅਮਰੀਕਾ ਤੋਂ ਬਹੁਤ ਡਿਫਰੈਂਟ ਹੈਗੇ। ਤੁਸੀਂ ਦੇਖੋ ਕਿ ਚਾਈਨਾ ਦੇ ਡਾਇਨਾਮਿਕਸ ਬਹੁਤ ਅਲੱਗ ਹੈਗੇ, ਰਸ਼ੀਆ ਦੇ ਅਲੱਗ ਹੈਗੇ। ਉੱਥੇ ਜਦੋਂ ਇਹ ਸਹੀ ਬਿਹੇਵ ਕਰਦੇ ਆ ਤੇ ਜਿਹੜੀਆਂ ਡਿਵੈਲਪ ਕੰਟਰੀਆਂ ਹੈਗੀਆਂ ਜਿੱਦਾਂ ਆਪਣੀ ਨਾਈਜੀਰੀਆ ਹੈਗੀ, ਤੁਸੀਂ ਕਹਿ ਲਓ ਜਿੱਥੇ ਰੀਸੈਂਟਲੀ ਇਹਨਾਂ ਨੇ ਅਕਾਊਂਟ ਬਲੌਕ ਕੀਤਾ ਹੈਗਾ, ਜਾਂ ਇੰਡੀਆ ਹੈਗੀ, ਇੱਥੇ ਇਹਨਾਂ ਨੂੰ ਕਰਨ ਦੀ ਕੀ ਪ੍ਰੋਬਲਮ ਹੈਗੀ? ਪ੍ਰੋਬਲਮ ਇਹ ਹੈਗੀ ਬਿਕੋਜ਼ ਇਹ ਲਾਅ ਆਫ ਲੈਂਡ ਜਿਹੜਾ ਹੈਗਾ ਅਮਰੀਕਾ ਦੇ ਅਕੋਰਡਿੰਗਲੀ ਚੱਲਦੇ ਹੈਗੇ, ਇਹ ਡਿਵੈਲਪ ਕੰਟਰੀਆਂ ਦੇ ਅਕੋਰਡਿੰਗ ਨਹੀਂ ਚੱਲਦੇ ਹੈਗੇ। ਤੇ ਮੈਂ ਇਹ ਅੱਛਾ, ਪਰ ਚਾਹੂੰ ਮੈਂ ਸੌਰੀ ਇਹ ਮੈਂ ਤੁਹਾਡੀ ਗੱਲ ਕੱਟ ਦਿੱਤੀ। ਮੈਂ ਜੇ ਤੁਸੀਂ ਜਿਹੜੀ ਗੱਲ ਕਹੀ ਹੈ, ਫਿਰ ਜੇ ਇਹ ਗੱਲ ਹੈ ਸਿਰਫ ਔਰ ਸਿਰਫ ਇਹ ਹੈ ਤਾਂ ਫਿਰ ਜਿਹੜਾ ਇਸ ਵੇਲੇ ਕਿਸਾਨੀ ਅੰਦੋਲਨ ਨੂੰ ਲੈ ਕੇ ਕਾਫੀ ਸਾਰੇ ਲੋਕਾਂ ਦੇ ਅਕਾਊਂਟਸ ਦੇ ਉੱਤੇ ਜਿਹੜਾ ਪ੍ਰਭਾਵ ਪਿਆ, ਈਵਨ ਜੈਜ਼ੀ ਬੈਂਸ ਹੋਰੀ ਜਿਹੜੇ ਕਿ ਪਿਛਲੇ ਦਿਨੀ ਆਪਾਂ ਦੇਖ ਰਹੇ ਹਾਂ ਕਿ ਉਹਨਾਂ ਦੇ ਅਕਾਊਂਟ ਨੂੰ ਬੈਨ ਕਰ ਦਿੱਤਾ ਗਿਆ। ਕਾਰਨ ਉਹਦਾ ਬੇਸਿਕਲੀ ਇਹ ਹੈ ਕਿ ਚਾਹੇ ਤਾਂ ਉਹ ਕਹਿ ਰਹੇ ਨੇ ਜੀ ਕਿ ਇੱਕ ਤਾਂ ਉਹ ਖਾਲਿਸਤਾਨ ਪੱਖੀ ਭਿੰਡਰਾਂ ਵਾਲਿਆਂ ਨੂੰ ਗਲੋਰੀਫਾਈ ਕਰ ਰਹੇ ਆ, ਜਾਂ ਉਹ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਗੱਲ ਕਰ ਰਿਹਾ, ਤੇ ਫਿਰ ਇਸ ਰੂਪ ਦੇ ਵਿੱਚ ਤਾਂ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੇ ਅਕਾਊਂਟਸ ਜਿਹੜੇ ਨੇ ਉਹ ਬੰਦ ਕਰ ਦਿੱਤੇ ਜਾਣਗੇ ਜੇ ਉਹ ਪ੍ਰਭਾਵ ਜਿਹੜਾ ਟਵਿੱਟਰ ਨੇ ਕਬੂਲ ਕਰ ਲਿਆ ਤਾਂ। ਬਿਲਕੁਲ, ਮੈਂ ਤਾਂ ਉਹੀ ਕਹਿ ਰਿਹਾ ਕਿ ਇਹ ਜਿਹੜੇ ਇਨਫਲੂਐਂਸਰ ਹੁੰਦੇ ਨੇ ਇਹਨਾਂ ਨੂੰ ਆਪਣਾ ਰਿਸਪੌਂਸਿਬਿਲਟੀ ਸਮਝਣੇ ਪੈਣੀ ਹੈਗੀ ਕਿ ਇਹਨਾਂ ਦਾ ਟਵੀਟ ਜਿਹੜਾ ਹੁੰਦਾ ਜਾਂ ਇਹਨਾਂ ਦੀ ਫੇਸਬੁੱਕ ਪੋਸਟ ਜਿਹੜੀ ਹੁੰਦੀ ਹੈ ਉਹ ਕਿਸੇ ਦੀ ਜਾਨ ਦੀ ਕੀਮਤ ਨਾਲ ਅਦਾ ਕਰਨੀ ਪੈਂਦੀ। ਮੈਂ ਤੁਹਾਨੂੰ ਬਾਰ-ਬਾਰ ਇਹੀ ਪੁਆਇੰਟ ਕਰ ਰਿਹਾ। ਔਰ ਲਾਈਫ ਹੈਜ਼ ਅ ਵੈਲਿਊ। ਲਾਈਫ ਭਾਵੇਂ ਇੱਕ ਛੋਟੇ ਤੋਂ ਛੋਟੇ ਬੰਦੇ ਦੀ ਹੋਵੇ, ਚਾਹੇ ਵੱਡੇ ਐਕਟਰ ਦੀ ਹੋਵੇ ਜਾਂ ਕਿਸੇ ਅਹੁਦੇਦਾਰ ਦੀ ਵੀ ਹੋਵੇ, ਤੇ ਇਹ ਹੁਣ ਲਾਈਫ ਸਟੇਕ ਤੇ ਹੈਗੀ ਬਿਕੋਜ਼ ਇਹ ਡਰਾਮਾ ਦੇਖਦੇ ਹੋਏ ਸਾਨੂੰ 10-15 ਸਾਲ ਹੋ ਗਏ। ਰਾਈਟ। ਅੱਛਾ, ਇੱਕ ਚੀਜ਼ ਹੋਰ ਮੈਂ ਬੜੇ ਆਈ ਨੋ ਕਿ ਮੈਂ ਵਾਈਂਡ ਅਪ ਕਰਨ ਲੱਗੇ ਸੀ, ਪਰ ਮੈਨੂੰ ਇੱਕ ਦੋ ਚੀਜ਼ਾਂ ਹੋਰ ਨਿਕਲੀਆਂ। ਚਾਹੇ ਸਾਡੇ ਸਾਹਮਣੇ ਜੇ ਕੁਝ ਨਾਮ ਲਈਏ, ਇਸ ਵੇਲੇ ਕੰਗਨਾ ਰਣੌਤ ਦੀ ਗੱਲ ਕਰਦੇ ਆ, ਉਹ ਜਿਸ ਕਹਿ ਲਈਏ ਕਿ ਖੁੱਲੇਪਨ ਦੇ ਨਾਲ ਕਈ ਵਾਰੀ ਕੰਟਰੋਵਰਸੀਜ਼ ਦਾ ਹਿੱਸਾ ਰਹੀ ਹੈ, ਅਲੱਗ-ਅਲੱਗ ਜਿਹੜੇ ਉਹਨਾਂ ਦੇ ਪਲੇਟਫਾਰਮਸ ਨੇ ਸੋਸ਼ਲ ਮੀਡੀਆ ਦੇ, ਉਹਨਾਂ ਨੂੰ ਬੈਨ ਵੀ ਕੀਤਾ ਗਿਆ। ਫਿਰ ਉਹ ਕਿਸੇ ਨਾ ਕਿਸੇ ਦਿਨ ਨਵੀਂ ਹੋਰ ਕੋਈ ਨਾ ਕੋਈ ਇਹੋ ਜਿਹੀ ਪਸੂੜੀ ਛੇੜ ਦਿੰਦੀ ਹੈ ਕਿ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਕੰਟਰੋਵਰਸੀ ਸ਼ੁਰੂ ਹੋ ਜਾਂਦੀ ਹੈ। ਸੋ ਇਹ ਕੰਗਨਾ ਰਣੌਤ ਦੀ ਗੱਲ ਕਰ ਲਈਏ, ਜਾਂ ਕਈ ਵਾਰੀ ਹੋਰ ਇਸ ਤਰ੍ਹਾਂ ਦੇ ਨਾਮ ਜਿਹੜੇ ਕਿ ਬਿਨਾਂ ਵਜ੍ਹਾ ਲੋਕਾਂ ਦੇ ਵਿੱਚ ਇੱਕ ਅਨਰੈਸਟ ਕ੍ਰੀਏਟ ਕਰ ਦਿੰਦੇ ਨੇ। ਇੱਕ ਹੋਰ ਐਗਜ਼ਾਮਪਲ ਲਈਏ, ਬੀਤੇ ਦਿਨੀ ਜਿਹੜੀ ਹਰਭਜਨ ਸਿੰਘ ਕ੍ਰਿਕਟਰ ਹੈ ਜਿਹੜਾ, ਉਹਨੇ ਜਿੱਥੇ ਪ੍ਰਣਾਮ ਸ਼ਹੀਦਾਂ ਨੂੰ ਕਰਕੇ ਇੱਕ ਆਪਣੇ ਇੰਸਟਾ ਦੇ ਉੱਪਰ ਸਟੋਰੀ ਸ਼ੇਅਰ ਕੀਤੀ, ਤੇ ਉਸ ਤੋਂ ਬਾਅਦ ਉਹਨੂੰ ਰਾਈਟ ਆਫਟਰ ਦੈਟ ਕੁਝ ਸਮੇਂ ਬਾਅਦ ਹੀ ਉਹਦੇ ਲਈ ਪੂਰੇ ਓਪਨਲੀ ਇੱਕ ਤਰ੍ਹਾਂ ਦੇ ਨਾਲ ਇੱਕ ਮੁਆਫ਼ੀਨਾਮਾ ਲਿਖ ਕੇ ਪ੍ਰੈਜ਼ੈਂਟ ਕਰਨਾ ਪਿਆ, ਆਪਣੇ ਆਪ ਨੂੰ ਕਹਿ ਲਈਏ ਜਸਟੀਫਾਈ ਕਰਵਾਉਣ ਦੇ ਲਈ, ਤੇ ਫਿਰ ਉਹਦੇ ਲਈ ਲੋਕਾਂ ਦੇ ਕੋਲੋਂ ਮੁਆਫ਼ੀ ਮੰਗਦੇ ਹੋਏ। ਸੋ ਇਹ ਜਿਹੜਾ ਪ੍ਰਭਾਵ ਇਸ ਰੂਪ ਦੇ ਵਿੱਚ ਪੈਂਦਾ ਲੋਕਾਂ ਦੇ ਉੱਪਰ, ਇਸ ਗੱਲ ਨੂੰ ਕਿਵੇਂ ਲਓਗੇ? ਕਿਉਂਕਿ ਜੇ ਕਿਸੇ ਨੇ ਕੋਈ ਆਪਣੇ ਆਈਡੀਆ ਜਾਂ ਕੋਈ ਥਾਟਸ ਜਾਂ ਕੋਈ ਵਿਚਾਰ ਜਿਹੜੇ ਦੇ ਦਿੱਤੇ ਨੇ, ਤੇ ਉਹਨੂੰ ਸਰਕਾਰ ਜਾਂ ਕੋਈ ਜਿਹੜੀਆਂ ਲੌਬੀਜ਼ ਨੇ ਜਾਂ ਬੋਡੀਜ਼ ਨੇ ਜਿਹੜੀਆਂ, ਉਹ ਆਪਣੀ ਰੰਗਤ ਦੇ ਕੇ ਫਿਰ ਜਿਵੇਂ ਪ੍ਰੈਸ਼ਰਾਈਜ਼ ਕਰਦੀਆਂ, ਤੇ ਫਿਰ ਉਹ ਲੋਕਾਂ ਨੂੰ ਆਪਣੀਆਂ ਦਿੱਤੀਆਂ ਹੋਈਆਂ ਸਟੇਟਮੈਂਟਸ ਤੋਂ ਮੁੱਕਰਨਾ ਪੈ ਜਾਂਦਾ, ਮੁਆਫ਼ੀਆਂ ਮੰਗਣੀਆਂ ਪੈ ਜਾਂਦੀਆਂ, ਜਾਂ ਉਹਨਾਂ ਦੇ ਅਕਾਊਂਟਸ ਤੱਕ ਕਲੋਜ਼ ਕਰ ਦਿੱਤੇ ਜਾਂਦੇ, ਜਾਂ ਉਹਨਾਂ ਨੂੰ ਹੋਰ ਬਿਜ਼ਨਸ ਦੇ ਰੂਪ 'ਚ ਜਾਂ ਪਰਿਵਾਰਕ ਤੌਰ ਤੇ ਜਾਂ ਸੋਸ਼ਲ ਤੌਰ ਤੇ ਜਾਂ ਇਕਨੋਮਿਕ ਤੌਰ ਦੇ ਉੱਤੇ ਨੁਕਸਾਨ ਉਠਾਉਣੇ ਪੈਂਦੇ ਆ। ਇਹ ਜਿਹੜਾ ਪ੍ਰੈਸ਼ਰ ਹੈ, ਇਹ ਗੁੰਡਾਗਰਦੀ ਦੇ ਰੂਪ ਦੇ ਵਿੱਚ ਵੀ ਲੋਕ ਕਈ ਵਾਰ ਦੇਖਦੇ ਨੇ ਕਿ ਇਹ ਤਾਂ ਫਿਰ ਪ੍ਰਭਾਵ ਜਿਹੜਾ ਹੈ ਜੀ, ਉਹ ਉਹਨਾਂ ਲੋਕਾਂ ਦੇ ਵਿਚਾਰਾਂ ਦੇ ਉੱਪਰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨਹੀਂ ਹਰਜਿੰਦਰ ਜੀ ਦੇਖੋ, ਵਿਚਾਰ ਪ੍ਰਗਟ ਕਰਨਾ ਜਿਹੜਾ ਹੈਗਾ ਬੰਦੇ ਦਾ ਇੱਕ ਕਨਸਟੀਟਿਊਸ਼ਨਲ ਰਾਈਟ ਹੈਗਾ। ਉਹਦੇ ਉੱਪਰ ਕੋਈ ਵੀ ਕਿਸੇ ਤਰ੍ਹਾਂ ਦੀ ਰੋਕ ਕੋਈ ਗਵਰਨਮੈਂਟ ਅਗਰ ਇਹਨੂੰ ਲਗਾਏ ਜਾਂ ਕਰੇ, ਇਹ ਤੇ ਸਹੀ ਗੱਲ ਨਹੀਂ ਹੈਗੀ। ਬਟ ਪ੍ਰੋਬਲਮ ਇਹ ਹੈਗੀ, ਜਿੱਡੇ ਵੱਡੇ ਤੁਸੀਂ ਇਨਫਲੂਐਂਸਰ ਹੋ ਜਾਂ ਤੁਸੀਂ ਸਟਾਰ ਹੋ ਜਾਂ ਤੁਸੀਂ ਪੋਲੀਟੀਕਲ ਜਾਂ ਸੋਸ਼ਲ ਫਿਗਰ ਹੋ, ਤੁਸੀਂ ਆਪਣੀ ਰਿਸਪੌਂਸਿਬਿਲਟੀ ਵੀ ਉਸ ਲੈਵਲ ਤੇ ਸਮਝਣੀ ਚਾਹੀਦੀ ਹੈਗੀ ਕਿ ਤੁਹਾਡੀ ਕਹੀ ਹੋਈ ਗੱਲ ਦਾ ਅਸਰ ਕਿੱਥੇ ਹੋ ਰਿਹਾ। ਬਟ ਅਨਫੋਰਚੂਨੇਟਲੀ ਇਹ ਲੋਕੀ ਆਪਣੇ ਪੋਲੀਟੀਕਲ ਗੇਨ ਲਈ ਜਾਂ ਆਪਣੇ ਤੁਸੀਂ ਕਹਿ ਲਓ ਮਾਰਕੀਟਿੰਗ ਲਈ ਇਹ ਸਮਝਦੇ ਨਹੀਂ ਹੈਗੇ। ਤੇ ਇਹ ਲੋਕਾਂ ਨੂੰ ਮਤਲਬ ਜਿਹੜੀ ਆਮ ਜਨਤਾ ਹੈਗੀ ਉਹ ਇਹਨਾਂ ਦੇ ਗੱਲਾਂ 'ਚ ਆ ਕੇ ਤੇ ਤੁਹਾਨੂੰ ਪਤਾ ਆਪਣਾ ਜਾਤੀ ਨੁਕਸਾਨ ਵੀ ਕਰ ਜਾਂ ਮਾਲੀ ਨੁਕਸਾਨ ਵੀ ਕਰ ਲੈਂਦੀ ਹੈ। ਤੇ ਇਹ ਇੱਕ ਅਵੇਅਰਨੈਸ ਜਿਹੜੀ ਹੈਗੀ ਲੋਕਾਂ ਦੇ ਵਿੱਚ ਆਉਣ ਦੀ, ਮੇਰੇ ਖਿਆਲ 'ਚੋਂ ਦੇਖੋ ਹੁਣ ਅਸੀਂ 21ਵੀਂ ਸ਼ਤਾਬਦੀ 'ਚ ਜੀ ਰਹੇ ਹਾਂ, ਪਰ ਹਾਲੇ ਵੀ ਉਹ ਅਵੇਅਰਨੈਸ ਨਹੀਂ ਹੈਗੀ। ਹੁਣ ਗੌਰਮੈਂਟ ਜਾਂ ਤੇ ਇਹਨਾਂ ਨੂੰ ਅਵੇਅਰ ਕਰੇ ਤੇ ਜਾਂ ਫਿਰ ਰੂਲ ਬਣਾ ਦੇ ਕਿ ਇਦਾਂ ਦੇ ਪੰਗੇ ਹੋਣ ਨਾ। ਤੇ ਹੁਣ ਗਵਰਨਮੈਂਟ ਕੋਲ ਕੋਈ ਆਪਸ਼ਨ ਪਰ ਭੁਪਿੰਦਰ ਜੀ, ਇਹ ਜਿਹੜੀ ਅਵੇਅਰਨੈਸ ਹੈ, ਇਹ ਸਰਕਾਰ ਦੇ ਖਾਕੇ ਦੇ ਵਿੱਚ ਰਹਿ ਕੇ ਤਾਂ ਹਰ ਬੰਦਾ ਅਵੇਅਰਨੈਸ ਨਹੀਂ ਨਾ ਕਬੂਲ ਕਰੇਗਾ। ਹਰ ਬੰਦੇ ਦੀ ਇੱਕ ਆਪਣੀ ਥਾਟ ਪ੍ਰੋਸੈਸ ਹੈ, ਇੱਕ ਆਪਣੇ ਆਈਡੀਆਜ਼ ਨੇ। ਜੇ ਉਹ ਸਰਕਾਰ ਨੂੰ ਫਿੱਟ ਨਹੀਂ ਬੈਠਦੇ, ਜੇ ਉਹ ਉਸ ਵੇਲੇ ਦੀ ਸੱਤਾਧਾਰੀ ਜਿਹੜੀ ਧਿਰ ਹੈ ਉਹਦੇ ਲਈ ਉਹ ਫਿੱਟ ਨਹੀਂ ਬੈਠਦੇ, ਤਾਂ ਉਹ ਤਾਂ ਕਹਿਣਗੇ ਜੀ ਇਹ ਸਾਡੇ ਲਈ ਫਿੱਟ ਨਹੀਂ ਹੈ, ਤਾਂ ਦੈਟ ਮੀਨਸ ਇਹ ਸਾਡੀ ਕੰਟਰੀ ਦੇ ਖਿਲਾਫ ਹੋ ਰਿਹਾ ਸਾਰਾ ਕੁਝ। ਨਹੀਂ ਦੇਖੋ ਹਰਜਿੰਦਰ ਜੀ, ਜਿਸਲੇ ਵੀ ਇਦਾਂ ਦੇ ਕੋਈ ਰੂਲ ਬਣਦੇ ਹੈਗੇ ਤੇ ਉਹ ਕਿਸੇ ਪਾਰਟਿਕੂਲਰ ਪਾਰਟੀ ਦੇ ਲਈ ਨਹੀਂ ਬਣਦੇ। ਹੁਣ ਮੈਂ ਤੁਹਾਨੂੰ ਦਿਖਾਵਾਂ ਕਿ ਬੀਜੇਪੀ ਜਿਹੜੀ ਪਾਰਟੀ ਇਸ ਸਮੇਂ ਰੂਲਿੰਗ ਪਾਰਟੀ ਹੈਗੀ ਇੰਡੀਆ ਦੀ, ਇਹਨਾਂ ਨੇ ਡਿਜੀਟਲ ਇੰਡੀਆ ਦਾ ਹੀ ਨਾਰਾ ਦਿੱਤਾ ਸੀ ਸਭ ਤੋਂ ਪਹਿਲੇ ਪ੍ਰਮੋਦ ਮਹਾਜਨ ਨੇ। ਔਰ ਇਹਨਾਂ ਨੇ ਟਵਿੱਟਰ ਔਰ ਫੇਸਬੁੱਕ ਨੂੰ ਸਭ ਤੋਂ ਜ਼ਿਆਦਾ ਯੂਜ਼ ਕੀਤਾ ਹੈਗਾ। ਜਦੋਂ ਫਸਟ ਟਾਈਮ ਇਲੈਕਸ਼ਨ ਹੋਏ ਹੈਗੇ ਉਹਦੇ ਵਿੱਚ ਤੁਸੀਂ ਕਹਿ ਲਓ ਕਿ ਇਹਨਾਂ ਦੇ ਜਿੰਨੇ ਵੀ ਨੇਤਾ ਹੈਗੇ, ਇਹਨਾਂ ਨੇ ਡਿਜੀਟਲ ਲੈਵਲ ਤੇ ਉਸ ਟਾਈਮ ਰੈਲੀਆਂ ਬਹੁਤ ਘੱਟ ਹੋਈਆਂ, ਤੁਸੀਂ ਨੋਟ ਕਰੋਗੇ ਕਿ ਇਹਨਾਂ ਨੇ ਡਿਜੀਟਲ ਪਲੇਟਫਾਰਮ ਨੂੰ ਬਹੁਤ ਯੂਜ਼ ਕੀਤਾ ਹੈਗਾ। ਔਰ ਇਹ ਹੈਂਡ ਇਨ ਗਲੋਵਜ਼ ਹੈਗੇ। ਬਟ ਹੁਣ ਇਹ ਪ੍ਰੋਬਲਮ ਜਦੋਂ ਫਾਰਮਰ ਐਜੀਟੇਸ਼ਨ ਸਟਾਰਟ ਹੋਈ ਹੈ ਤੇ ਬੜੇ ਪੱਧਰ ਤੇ ਇਹ ਕੀ ਹੋਇਆ ਕਿ ਗਲੋਬਲੀ ਇਫੈਕਟ ਕੀਤਾ ਹੈਗਾ। ਬਿਕੋਜ਼ ਫਾਰਮਰ ਐਜੀਟੇਸ਼ਨ ਜਿਹੜੀ ਹੈਗੀ ਜਦੋਂ ਇਹ 6 ਮਹੀਨੇ ਪਹਿਲੇ ਸਟਾਰਟ ਹੋਈ ਹੈਗੀ, ਇਹਨੇ ਗਲੋਬਲ ਲੈਵਲ ਤੇ, ਬਿਕੋਜ਼ ਤੁਸੀਂ ਉਸਲੇ ਦੇਖਿਆ ਕੈਨੇਡਾ ਤੋਂ UK ਤੋਂ ਪੋਲੀਟੀਕਲ ਬਿਆਨਬਾਜ਼ੀ ਸ਼ੁਰੂ ਹੋ ਗਈ ਤੇ ਉਹਦੇ ਨਾਲ ਇੱਕ ਕੰਟਰੀ ਅਲੱਗ ਥਲੱਗ ਪੈ ਜਾਂਦੀ ਹੈ, ਮਤਲਬ ਕੰਟਰੀ ਦੀ ਇਮੇਜ ਦੇ ਉੱਪਰ। ਬਿਕੋਜ਼ ਬਾਹਰ ਜਿਹੜੇ ਲੋਕੀ ਬੈਠੇ ਹੋਏ ਆ ਜਾਂ ਜਿਹੜੇ ਰਹਿ ਰਹੇ, ਉਹਨਾਂ ਨੂੰ ਇੱਕ ਮੀਡੀਆ ਦੇ ਥਰੂ ਖਬਰਾਂ ਤੇ ਮਿਲਦੇ ਹੈਗੀਆਂ, ਬਟ ਔਨ ਗਰਾਊਂਡ ਸਿਚੁਏਸ਼ਨ ਜਿਹੜੀ ਹੈ ਉਹ ਡਿਫਰੈਂਟ ਹੁੰਦੀ ਹੈ, ਜਿਹਨੂੰ ਕਿ ਉੱਥੋਂ ਦੇ ਅਹੁਦੇਦਾਰ ਜਾਂ ਉੱਥੋਂ ਦੀ ਸਰਕਾਰ ਨੂੰ ਹੈਂਡਲ ਕਰਨਾ ਹੁੰਦਾ। ਐਂਡ ਉਹਨਾਂ ਦੇ ਕੋਲ ਆਪਣੇ ਟੂਲਸ ਹੁੰਦੇ ਹੈਗੇ ਔਰ ਪੂਰਾ ਦਾ ਇਸਤੇਮਾਲ ਕਰਦੇ ਹੈਗੇ। ਅੱਛਾ, ਪਰ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੋ ਜਾਂਦੀ ਹੈ, ਜਦੋਂ ਕਿਸੇ ਦੇ ਕੋਈ ਅਕਾਊਂਟਸ ਸੀਜ਼ ਕਰ ਦਿੱਤੇ ਜਾਂਦੇ ਆ, ਬਲੌਕ ਕਰ ਦਿੱਤੇ ਜਾਂਦੇ ਆ ਜਾਂ ਬੈਨ ਕਰ ਦਿੱਤੇ ਜਾਂਦੇ, ਜਾਂ ਸਰਟਨ ਟਾਈਮ ਦੇ ਲਈ ਕਈ ਵਾਰੀ ਬੈਨ ਹੁੰਦੇ ਜਾਂ ਪਰਮਾਨੈਂਟਲੀ ਸਸਪੈਂਡ ਕਰ ਦਿੱਤੇ ਜਾਂਦੇ ਆ, ਤਾਂ ਉਹ ਇਹ ਤਾਂ ਕਦੀ ਨਹੀਂ ਹੋਏਗਾ ਕਿ ਕੋਈ ਵੀ ਜਿਹੜੀ ਪਰਸਨੈਲਿਟੀ ਹੈ ਉਹ ਕਵੇ ਕਿ ਹਾਂਜੀ ਸਤਿਵਚਨ ਜੀ ਤੁਸੀਂ ਕਰ ਦਿੱਤਾ, ਮੈਂ ਇਹ ਗੱਲ ਤੁਹਾਡੀ ਕਬੂਲ ਲਈ, ਮੈਂ ਮੁਆਫੀ ਮੰਗਦਾ। ਉਹ ਤਾਂ ਹਰ ਬੰਦਾ ਇਹੀ ਕਹੇਗਾ ਕਿ ਮੇਰੇ ਨਾਲ ਧੱਕਾ ਹੋਇਆ। ਦੇਖੋ ਹਰਜਿੰਦਰ ਜੀ, ਇਹ ਤਾਂ ਇੱਕ ਨਾਰਮਲ ਹੈ ਕਿ ਹਰ ਬੰਦਾ ਜਿਹਦੇ ਕੋਲ ਦਿਮਾਗ ਹੈਗਾ ਉਹ ਸੋਚਦਾ ਕਿ ਸਭ ਤੋਂ ਬੈਸਟ ਮੈਂ ਸੋਚਦਾ ਤੇ ਸਭ ਤੋਂ ਬੈਟਰ ਦਿਮਾਗ ਦੁਨੀਆ 'ਚ ਮੇਰਾ ਹੀ ਹੈਗਾ। ਇਹ ਤਾਂ ਇੱਕ ਨਾਰਮਲ ਸਾਈਕੋਲੋਜੀਕਲ ਉਹ ਹੈਗੀ। ਔਰ ਜਿਹੜੇ ਵੱਡੇ ਅਹੁਦੇਦਾਰ ਹੈਗੇ ਜਾਂ ਕੋਈ ਤੁਸੀਂ ਕਹਿ ਲਓ ਇਨਫਲੂਐਂਸਰ ਹੈਗੇ, ਉਹਨਾਂ ਨੂੰ ਆਪਣੀ ਮਤਲਬ ਦੇਖੋ ਹਰ ਡਿਫਰੈਂਟ ਆਈਡੀਓਲੋਜੀਜ਼ ਜਿਹੜੀਆਂ ਐਗਜ਼ਿਸਟ ਕਰਦੀਆਂ ਹੈਗੀਆਂ। ਹੁਣ ਇੰਡੀਆ ਦੇ ਵਿੱਚ ਇੱਕ ਲੈਫਟ ਵਿੰਗ ਵੀ ਹੈਗਾ, ਇੱਕ ਰਾਈਟ ਵਿੰਗ ਵੀ ਹੈਗਾ। ਕੁਛ ਜਿਹੜੇ ਹੈਗੇ ਉਹ ਇਨਵਾਇਰਮੈਂਟਲਿਸਟ ਹੈਗੇ, ਕੁਛ ਕਹਿੰਦੇ ਹੈਗੇ ਕਿ ਅਸੀਂ ਰਿਲੀਜੀਅਸ ਹੈਗੇ। ਮਤਲਬ ਡਿਫਰੈਂਟ ਆਈਡੀਓਲੋਜੀਜ਼ ਜਿਹੜੀਆਂ ਹੈਗੀਆਂ ਉਹ ਉਸ ਪੈਟਰਨ ਦੇ ਨਾਲ ਕੰਮ ਕਰਦੀਆਂ ਹੈਗੀਆਂ ਤੇ ਉਹਨਾਂ ਨੂੰ ਇੱਕ ਸਮਝਾਉਣਾ ਜਾਂ ਜਿਹਨੂੰ ਇੱਕ ਫਰੇਮ ਦੇ ਵਿੱਚ ਲੈ ਕੇ ਆਉਣਾ ਬੜਾ ਮੁਸ਼ਕਿਲ ਹੈਗਾ। ਤਾਂ ਹੀ ਤੇ IT ਮਿਨਿਸਟਰ ਨੇ ਜਿਹੜਾ ਬਿਲਕੁਲ ਕਲੀਅਰ, ਮਤਲਬ ਤੁਸੀਂ ਦੇਖੋ ਹਾਲਤ ਇੰਨੀ ਖਰਾਬ ਹੋ ਗਈ ਕਿ IT ਮਿਨਿਸਟਰ ਨੇ ਟਵਿੱਟਰ ਉੱਪਰ ਹੀ ਲਿਖ ਕੇ ਬੋਲਿਆ ਕਿ ਟਵਿੱਟਰ ਹਮਾਰੀ ਬਾਤ ਨਹੀਂ ਮਾਨਤਾ। ਮਤਲਬ ਇਹ ਦੇਖੋ ਕਿੱਦਾਂ ਦੀ ਹਾਲਾਤ ਹੋ ਗਏ ਹੈਗੇ। ਔਰ ਹੁਣ ਇਹ ਮਤਲਬ ਇਹਨਾਂ ਨੂੰ ਇੱਕ ਫਰੇਮ, ਮਤਲਬ ਕਹਿਣ ਦਾ ਸਿੰਪਲ ਭਾਵ ਇਹ ਹੈਗਾ ਕਿ ਅਗਰ ਤੁਸੀਂ ਇੱਕ ਕੰਟਰੀ ਲਈ ਤੁਸੀਂ ਡਿਫਰੈਂਟ ਪੈਰਾਮੀਟਰ ਰੱਖੇ ਹੋਏ ਆ ਕਿ ਉਹਨਾਂ ਦੇ ਰਾਸ਼ਟਰਪਤੀ ਜਦੋਂ ਉਹ ਹਟਦੇ ਹੈਗੇ ਤੁਸੀਂ ਉਸੇ ਟਾਈਮ ਉਹਨਾਂ ਦਾ ਅਕਾਊਂਟ ਡਿਲੀਟ ਕਰ ਦਿਓ, ਉਹਨੂੰ ਬੈਨ ਕਰ ਦਿਓ, ਫਿਰ ਉਹਨੂੰ ਫੇਸਬੁੱਕ ਤੇ ਵੀ 2 ਸਾਲ ਲਈ ਬੈਨ ਕਰ ਦਿੰਦੇ ਹੋ। ਬਟ ਅਸੀਂ ਇੱਥੇ ਤੁਹਾਡੇ ਸਾਹਮਣੇ ਰੋ ਕੇ ਬੋਲਦੇ ਹਾਂ ਕਿ ਫਲਾਣੇ ਬੰਦੇ ਦਾ ਅਕਾਊਂਟ ਬੰਦ ਕਰੋ ਯਾਰ, ਇਹਦੀ ਵਜ੍ਹਾ ਨਾਲ ਦੰਗੇ ਹੋ ਰਹੇ ਆ, ਇਹਦੀ ਵਜ੍ਹਾ ਨਾਲ ਅਰਾਜਕਤਾ ਫੈਲ ਰਹੀ ਹੈ। ਬਟ ਉਹ ਤੁਸੀਂ ਬੰਦ ਨਹੀਂ ਕਰਦੇ ਬਿਕੋਜ਼ ਅਸੀਂ ਐਡਰੈਸ ਕਿਹਨੂੰ ਕਰੀਏ, ਕਿਉਂਕਿ ਇਹਨਾਂ ਦੇ ਸਾਰੇ ਬੰਦੇ ਜਿਹੜੇ ਹੈਗੇ ਉਹ ਅਮਰੀਕਾ ਬੈਠੇ ਹੋਏ ਆ। ਉਹਨਾਂ ਨੂੰ ਤੁਸੀਂ ਇਨ ਸ਼ਾਰਟ, ਤੁਹਾਡਾ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਜੋ ਸਰਕਾਰ ਇਸ ਤਰ੍ਹਾਂ ਜੇ ਪਾਬੰਦੀਆਂ ਲਗਾਉਣਾ ਚਾਹੁੰਦੀ ਹੈ ਤਾਂ ਉਹ ਠੀਕ ਹੈ ਸਾਰਾ ਕੁਝ, ਵੀ ਲੋਕ ਇਸ ਗੱਲ ਦਾ ਵਿਰੋਧ ਨਹੀਂ ਕਰਨਗੇ ਆਉਣ ਵਾਲੇ ਟਾਈਮ ਦੇ ਵਿੱਚ, ਕਿ ਜਾਂ ਇਹਦੇ ਬਾਰੇ 'ਚ ਕੋਈ ਵਿਰੋਧ ਵੀ ਹੋਏਗਾ? ਨਹੀਂ ਹਰਜਿੰਦਰ ਜੀ, ਇਹ ਜਿਹੜਾ ਵਰਡ ਪਾਬੰਦੀ ਹੈਗਾ ਨਾ, ਇਹ ਪਾਬੰਦੀ ਵਰਡ ਇਜ਼ ਨਾਟ ਅ ਕਰੈਕਟ ਵਰਡ। ਸਰਕਾਰ ਰੂਲ ਬਣਾਉਣਾ ਚਾਹੁੰਦੀ ਹੈਗੀ। ਰੂਲ ਜਿਹੜੇ ਹੈਗੇ ਉਹ ਰੂਲ ਮਤਲਬ ਇੱਕ ਫਰੇਮਵਰਕ ਬਣਾਉਣਾ ਚਾਹੁੰਦੇ ਹੈਗੇ। ਤੁਸੀਂ ਇਸ ਫਰੇਮਵਰਕ ਦੇ ਵਿੱਚ ਕੰਮ ਕਰੋ ਜਿਹਦੇ ਨਾਲ ਸਾਡੇ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਨਾ ਬਣੇ।
ਇਹ ਬੇਸਿਕਲੀ ਲਾਅ ਐਂਡ ਆਰਡਰ ਸਿਚੁਏਸ਼ਨ ਦਾ ਤੇ ਲੋਕਾਂ ਲਈ ਕੱਲ ਨੂੰ ਦੇਖੋ ਲੋਕ ਐਲੀਗੇਟ ਇਹ ਕਰਦੇ ਆ ਕਿ ਜਿਹੜਾ ਇੱਥੋਂ ਦਾ ਮੀਡੀਆ ਉਹ ਸਰਕਾਰ ਦੇ ਕੋਲ ਵਿਕਿਆ ਹੋਇਆ, ਇੱਥੋਂ ਦੀਆਂ ਅਖਬਾਰਾਂ ਸਰਕਾਰਾਂ ਕੋਲ ਵਿਕੀਆਂ ਹੋਈਆਂ, ਇੱਥੇ ਸਾਨੂੰ ਆਪਣੇ ਹੱਕ ਰੱਖਣ ਲਈ, ਆਪਣੇ ਵਿਚਾਰ ਰੱਖਣ ਦੇ ਲਈ, ਆਪਣੀਆਂ ਡਿਮਾਂਡਸ ਰੱਖਣ ਲਈ, ਆਪਣੀਆਂ ਮੰਗਾਂ ਰੱਖਣ ਦੇ ਲਈ ਉਹ ਤਾਂ ਕੋਈ ਪਲੇਟਫਾਰਮ ਹੈ ਨਹੀਂ। ਹੁਣ ਸਾਡੇ ਕੋਲ ਇੱਕੋ ਇੱਕ ਸਾਧਨ ਸੀ ਕਿ ਅਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਯੂਜ਼ ਕਰੀਏ ਤੇ ਲੋਕਾਂ ਤੱਕ ਉਹ ਸਾਰੀ ਇਨਫੋਰਮੇਸ਼ਨ ਪਹੁੰਚਦੀ ਕਰੀਏ। ਤੇ ਜੇ ਹੁਣ ਉਹਦੇ ਉੱਪਰ ਵੀ ਇਸ ਤਰ੍ਹਾਂ ਦੇ ਨਾਲ ਨਕੇਲ ਪਾਉਣ ਲਈ ਸਰਕਾਰ ਕੋਈ ਨਾ ਕੋਈ ਕਾਨੂੰਨ ਲੈ ਕੇ ਆਏਗੀ ਤਾਂ ਜਿਹੜੇ ਜੈਨੂਅਨ ਲੋਕ ਨੇ, ਜਿਨ੍ਹਾਂ ਦੇ ਕੰਸਰਨ ਜਾਣੇ ਚਾਹੀਦੇ ਨੇ ਅੱਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਲੋ ਮੈਂ ਮੰਨਦਾ ਕਿ ਬਹੁਤ ਵੱਡੀ ਗਿਣਤੀ 'ਚ ਕੁਛ ਲੋਕ ਏਦਾਂ ਦੇ ਨੇ ਜਿਹੜੇ ਅਰਾਜਕਤਾ ਫੈਲਾਉਂਦੇ ਆ, ਜਿਨ੍ਹਾਂ ਦੇ ਕਰਕੇ ਮਾਫ਼ ਕਰਨਾ ਕਈ ਵਾਰੀ ਹਾਲਾਤ ਜਿਹੜੇ ਨੇ ਬਹੁਤ ਬਦ ਤੋਂ ਬੱਤਰ ਹੋ ਜਾਂਦੇ ਆ, ਜਿਹੜੇ ਬਹੁਤ ਬਦਤਮੀਜ਼ੀ ਦੇ ਨਾਲ ਪੇਸ਼ ਆਉਂਦੇ ਆ ਸੋਸ਼ਲ ਮੀਡੀਆ ਤੇ, ਜਿਨ੍ਹਾਂ ਦੀ ਬਹੁਤ ਨੌਨਸੈਂਸ ਅਪਰੋਚ ਹੁੰਦੀ ਹੈ ਲੋਕਾਂ ਦੇ ਲਈ, ਲੋਕਾਂ ਦੇ ਧਰਮ ਦੇ ਪ੍ਰਤੀ, ਲੋਕਾਂ ਦੀ ਰੇਸ ਪ੍ਰਤੀ, ਕਮਿਊਨਿਟੀ ਪ੍ਰਤੀ ਅਲੱਗ-ਅਲੱਗ ਤਰੀਕੇ ਦੇ ਨਾਲ ਉਹ ਨਫ਼ਰਤ ਫੈਲਾਉਣ ਦਾ ਕੰਮ ਕਰਦੇ ਆ। ਉਹ ਤਾਂ ਅਫਕੋਰਸ ਮੰਨ ਲਿਆ, ਪਰ ਜਿਹੜੇ ਲੋਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੋਚਣ ਕਿ ਕੱਲ ਨੂੰ ਯਾਰ ਮੇਰੇ ਤੇ ਕੋਈ ਨਾ ਕੋਈ ਡੰਡਾ ਖੜਾ ਇਸ ਗੱਲ ਦਾ, ਜੇ ਮੈਂ ਲਿਖ ਦਿੱਤਾ ਮੇਰੇ ਲਈ ਪਰਸਨਲ ਤੌਰ ਤੇ ਵੀ ਔਰ ਮੇਰੇ ਇਸ ਅਕਾਊਂਟ ਦੇ ਤੌਰ ਦੇ ਉੱਤੇ ਵੀ ਕੱਲ ਨੂੰ ਕੋਈ ਨਾ ਕੋਈ ਨੁਕਸਾਨ ਹੋ ਜਾਣਾ, ਤਾਂ ਫਿਰ ਤਾਂ ਉਹ ਗੱਲ ਕਰਨ ਲੱਗਿਆਂ, ਗੱਲ ਕਹਿਣ ਲੱਗਿਆਂ, ਗੱਲ ਲਿਖਣ ਲੱਗਿਆਂ, ਗੱਲ ਬੋਲਣ ਲੱਗਿਆਂ ਸਾਡੀ ਐਗਜ਼ਾਮਪਲ ਲੈ ਲਈਏ, ਅਸੀਂ ਆਪਣੇ ਜਿਹੜੇ ਰੇਡੀਓ ਚੈਨਲਸ ਨੇ, ਟੀਵੀ ਚੈਨਲਸ ਨੇ, YouTube ਚੈਨਲਸ ਨੇ, ਉਹਨਾਂ ਦੇ ਉੱਪਰ ਵੀ ਕੱਲ ਨੂੰ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਜ਼ਿਆਦੀਆਂ ਪਾਬੰਦੀਆਂ ਜਾਂ ਰਿਸਟ੍ਰਿਕਸ਼ਨਸ ਸਾਡੇ ਲਈ ਵੀ ਖੜ ਜਾਣਗੀਆਂ ਆ ਕੇ ਕਿਸੇ ਨਾ ਕਿਸੇ ਰੂਪ 'ਚ। ਸਾਨੂੰ ਪਰਸਨਲ ਤੌਰ ਦੇ ਉੱਤੇ, ਕਮਿਊਨਿਟੀ ਦੇ ਤੌਰ ਤੇ ਜਾਂ ਇੱਥੋਂ ਸਰਕਾਰੀ ਤੌਰ ਦੇ ਉੱਤੇ ਜਾਂ ਕੈਨੇਡਾ 'ਚ, ਇੰਡੀਆ 'ਚ ਸਾਡੇ ਉੱਪਰ ਵੀ ਕੋਈ ਨਾ ਕੋਈ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਔਰ ਬਹੁਤ ਸਾਰੇ ਪੱਤਰਕਾਰ ਜਾਂ ਜਿਹੜੇ ਇਸ ਫੀਲਡ ਨਾਲ ਜੁੜੇ ਹੋਏ ਲੋਕ ਨੇ, ਉਹ ਕਿਸੇ ਨਾ ਕਿਸੇ ਰੂਪ 'ਚ ਉਹ ਜਿਹੜੀਆਂ ਇਸ ਤਰ੍ਹਾਂ ਦੀਆਂ ਟੈਨਸ਼ਨਸ ਦੇ ਵਿੱਚੋਂ ਦੀ ਲੰਘਦੇ ਨੇ, ਤਾਂ ਫਿਰ ਗੱਲ ਸੁਣੀ ਤੇ ਸੁਣਾਈ ਕਿਹਦੀ ਜਾਏਗੀ ਤੇ ਕਿੱਥੇ ਸੁਣਾਈ ਜਾਏਗੀ? ਦੇਖੋ ਹਰਜਿੰਦਰ ਜੀ, ਹਾਲੇ ਤੱਕ ਜਿੰਨਾ ਕਿ ਮੈਨੂੰ ਨੌਲੇਜ ਕਿਸੇ ਵੀ ਜਰਨਲਿਜ਼ਮ ਜਾਂ ਮੀਡੀਆ ਗਰੁੱਪ ਜਾਂ ਤੁਸੀਂ ਕਹਿ ਲਓ ਕਿ ਪੱਤਰਕਾਰਿਤਾ ਦੇ ਉੱਪਰ ਕੋਈ ਵੀ ਕਮੈਂਟ ਜਿਹੜਾ ਹੈਗਾ ਆਈਟੀ ਮਿਨਿਸਟਰ ਨੇ ਨਹੀਂ ਦਿੱਤਾ ਹੈਗਾ। ਫਿਲਹਾਲ ਸਿਰਫ ਜਿਹੜੀ ਹੈਗੀ ਜਿਹੜੇ ਇਹ ਬਾਹਰਲੇ ਮੁਲਕਾਂ ਤੋਂ ਆਏ ਹੋਏ ਜਿਹੜੇ ਇਹ ਮੀਡੀਆ ਜਾਇੰਟਸ ਹੈਗੇ, ਸੋਸ਼ਲ ਮੀਡੀਆ ਪਲੇਟਫਾਰਮ ਹੈਗੇ, ਇਹਨਾਂ ਨੂੰ ਨਕੇਲ ਪਾਉਣ ਦੀ ਗੱਲ ਹੈਗੀ। ਅਦਰਵਾਈਜ਼ ਕਿਸੇ ਵੀ ਤੁਸੀਂ ਕਹਿ ਲਓ ਕਿ ਇੰਡੀਆ 'ਚ ਜਿਹੜਾ ਮੀਡੀਆ ਚੱਲ ਰਿਹਾ ਇਸ ਟਾਈਮ ਜਾਂ ਪ੍ਰਿੰਟ ਮੀਡੀਆ ਚੱਲ ਰਿਹਾ, ਉਹਦੇ ਰਿਗਾਰਡਿੰਗ ਕੋਈ ਵੀ ਗੱਲਬਾਤ ਜਿਹੜੀ ਹਾਲੇ ਤੱਕ ਗਵਰਨਮੈਂਟ ਨੇ ਨਹੀਂ ਕਹੀ ਹੈਗੀ। ਠੀਕ ਹੈ ਜੀ। ਅਖੀਰ ਦੇ ਵਿੱਚ ਸਰ ਕਲੋਜ਼ਿੰਗ ਰਿਮਾਰਕਸ ਦੇ ਦਿਓ ਤੇ ਫਿਰ ਆਪਾਂ ਸਮਾਪਤ ਕਰਦੇ ਹਾਂ। ਤਾਂ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਇਹਦੇ ਕੁਝ ਹੋਰ ਪਹਿਲੂ ਵੀ ਟੱਚ ਜ਼ਰੂਰ ਕਰੀਏ। ਕਲੋਜ਼ਿੰਗ ਰਿਮਾਰਕਸ ਇਹ ਹੈਗੇ ਕਿ ਤੁਸੀਂ ਜਿੱਦਾਂ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਹੈਗਾ, ਲੋਕਾਂ ਨੂੰ ਹੈਗੀ। ਦੇਖੋ ਇਤਿਹਾਸ ਦੇ ਉੱਪਰ ਨਜ਼ਰ ਮਾਰੀ ਜਾਏ ਤੇ ਸਰਕਾਰਾਂ ਉਦੋਂ ਵੀ ਬਦਲੀਆਂ ਸੀ, ਬੜੇ ਵੱਡੇ ਅੰਦੋਲਨ ਵੀ ਹੋਏ ਸੀ, ਉਦੋਂ ਨਾ ਟਵਿੱਟਰ ਹੁੰਦਾ ਸੀ ਨਾ ਫੇਸਬੁੱਕ ਹੁੰਦੀ ਸੀ। ਮੈਂ ਤੁਹਾਨੂੰ 1971 ਦਾ ਇੱਕ ਐਗਜ਼ਾਮਪਲ ਦੇ ਦਿਆਂ ਕਿ ਜੇਪੀ ਨੇ ਜਦੋਂ ਆਪਣਾ ਅੰਦੋਲਨ ਸਟਾਰਟ ਕੀਤਾ ਇੰਦਰਾ ਗਾਂਧੀ ਦੇ ਖਿਲਾਫ, ਜਦੋਂ ਐਮਰਜੈਂਸੀ ਲੱਗੀ ਸੀ, ਤੇ ਰਾਮਧਾਰੀ ਸਿੰਘ ਦਿਨਕਰ ਨੇ ਸਿਰਫ 2 ਲਾਈਨਾਂ ਦੀ ਇੱਕ ਕਵਿਤਾ ਲਿਖੀ ਸੀ, ਛੋੜ ਦੋ ਸਿੰਘਾਸਨ ਕੀ ਜਨਤਾ ਆਤੀ ਹੈ। ਤੇ ਉਸੇ 2 ਲਾਈਨ ਦੇ ਉੱਪਰ ਹੀ 71 ਦੇ ਵਿੱਚ ਐਮਰਜੈਂਸੀ ਲਾਣੀ ਪਈ ਸੀ। ਤੇ ਤੁਹਾਡਾ ਵਿਚਾਰ ਜਿਹੜਾ ਹੈਗਾ ਉਹ ਇੰਪੋਰਟੈਂਟ ਹੁੰਦਾ। ਪਲੇਟਫਾਰਮ ਭਾਵੇਂ ਤੁਸੀਂ ਉਹ ਪਰਚੀ ਤੇ ਲਿਖ ਕੇ ਰੱਖੋ। ਮੈਂ ਤੁਹਾਨੂੰ ਪੰਜਾਬੀ ਦਾ ਵੀ ਐਗਜ਼ਾਮਪਲ ਦੇ ਦਿਆਂ ਕਿ ਜਦੋਂ ਗਾਣਾ ਲਿਖਿਆ ਸੀ ਸ਼ਿਵ ਕੁਮਾਰ ਬਟਾਲਵੀ ਨੇ, ਮੈਂ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ, ਤੇ ਉਹਨੇ ਦੀਵਾਰ ਦੇ ਉੱਪਰ ਲਿਖਿਆ ਸੀ ਤੇ ਉਹਦਾ ਮੀਡੀਆ ਪਲੇਟਫਾਰਮ ਉਹੀ ਬਣ ਗਿਆ ਸੀ। ਤਾਂ ਇਟ ਇਜ਼ ਇੰਪੋਰਟੈਂਟ ਕਿ ਤੁਹਾਡਾ ਵਿਚਾਰ ਕਿੰਨਾ ਵਧੀਆ ਹੈਗਾ। ਪਲੇਟਫਾਰਮ ਦੀ ਕਦੀ ਵੀ ਕਮੀ ਨਹੀਂ ਹੁੰਦੀ, ਬਟ ਹੁਣ ਜਿਹੜੇ ਇਹ ਪਲੇਟਫਾਰਮ ਬਣੇ ਹੋਏ ਆ, ਇਹ ਅਰਾਜਕਤਾ ਜ਼ਿਆਦਾ ਫੈਲਾ ਰਹੇ ਆ ਤੇ ਚੰਗੇ ਕੰਮ ਇਹਦੇ ਤੇ ਘੱਟ ਹੋ ਰਹੇ ਆ। ਖੈਰ ਅਜੇ ਇਸ ਚੀਜ਼ ਨੂੰ ਆਪਾਂ ਆਉਣ ਵਾਲੇ ਦਿਨਾਂ 'ਚ ਹੋਰ ਖੰਗਾਲਣ ਦੀ ਕੋਸ਼ਿਸ਼ ਕਰਾਂਗੇ, ਦੇਖਾਂਗੇ ਕਿ ਲੋਕ ਕੀ ਸੋਚਦੇ ਨੇ ਜਾਂ ਬਾਕੀ ਅਲੱਗ-ਅਲੱਗ ਪਲੇਟਫਾਰਮਸ ਦੇ ਉੱਪਰ ਇਹਦੇ ਬਾਰੇ 'ਚ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਆਉਂਦੀ ਹੈ। ਇਹ ਆਉਣ ਵਾਲੇ ਦਿਨਾਂ 'ਚ ਆਪਾਂ ਡੈਫੀਨਿਟਲੀ ਇਸ ਗੱਲਬਾਤ ਨੂੰ, ਇਸੇ ਟੌਪਿਕ ਨੂੰ ਥੋੜਾ ਹੋਰ ਕੰਟੀਨਿਊਟੀ ਦੇਵਾਂਗੇ। ਬਹੁਤ ਮਿਹਰਬਾਨੀ ਬ੍ਰਦਰ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ। ਤੇ ਦੋਸਤੋ ਸ਼ੁਕਰੀਆ ਰਜਿੰਦਰ ਸਾਡੀ ਜੀ। ਇਸ ਖਾਸ ਗੱਲਬਾਤ ਜਿਹੜੀ ਹੈ ਜੀ ਸਿਆਸੀ ਰਮਜ਼ਾਂ ਤੇ ਸਾਡੀਆਂ ਸਮਾਜਿਕ ਰਮਜ਼ਾਂ, ਇਹ ਸਾਡਾ ਸੈਗਮੈਂਟ ਅਸੀਂ ਸਾਂਝੇ ਤੌਰ ਦੇ ਉੱਤੇ ਪੋਲੀਟੀਕਲ ਐਂਡ ਸੋਸ਼ਲ ਪਲਸ ਤੁਹਾਡੇ ਲਈ ਸਾਂਝਾ ਕੀਤਾ। ਆਉਣ ਵਾਲੇ ਦਿਨਾਂ 'ਚ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਦੇ ਨਾਲ, ਔਰ ਰਿਕੁਐਸਟ ਕਰਾਂਗੇ ਕਿ ਸਾਡੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਔਰ ਇਹਨੂੰ ਅੱਗੇ ਸ਼ੇਅਰ ਕਰਨ ਦੇ ਵਿੱਚ, ਇਹ ਸਾਡੇ ਮੈਸੇजेस ਨੂੰ ਅੱਗੇ ਕਨਵੇ ਕਰਨ ਦੇ ਵਿੱਚ ਵੀ ਸਾਡੀ ਟੀਮ ਦੀ ਜ਼ਰੂਰ ਸਪੋਰਟ ਕਰੋ। ਅੱਜ ਦੇ ਪ੍ਰੋਗਰਾਮ 'ਚ ਹੁਣ ਇੱਥੇ ਇਜਾਜ਼ਤ ਲੈਂਦੇ ਹਾਂ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ।